ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਸੁਭਾਏਮਾਨ ਹਨ। ਬਾਹਰ ਲੱਖਾਂ ਦੀ ਗਿਣਤੀ ਦੇ ਵਿੱਚ ਦੁਨੀਆ ਦਾ ਕੁੱਲ ਮੁਲਕਈਆ ਚੜ੍ਹ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪਕੜਨ ਵਾਸਤੇ ਜਾਂ ਸ਼ਹੀਦ ਕਰਨ ਵਾਸਤੇ ਉਹ ਚੜ੍ਹ ਕਰਕੇ ਆਇਆ ਹੈ। ਦੁਨੀਆ ਦੇ ਅੱਜ ਤੱਕ ਕਿਸੇ ਇਤਿਹਾਸ ਦੇ ਵਿੱਚ ਕੋਈ ਇਹੋ ਜਿਹਾ ਵਾਕਿਆ ਨਹੀਂ ਮਿਲਦਾ ਕਿ ਕੇਵਲ 40 ਸਿੰਘਾਂ ਨੂੰ ਸ਼ਹੀਦ ਕਰਨ ਵਾਸਤੇ ਜਾਂ ਪਕੜਨ ਵਾਸਤੇ ਦੁਨੀਆ ਦੀ ਇਤਨੀ ਵੱਡੀ ਫੌਜ ਕਿਸੇ ਥਾਂ ਤੇ ਚੜ੍ਹ ਕਰਕੇ ਆਈ ਹੋਵੇ। ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਾਣਾਂ ਤੋਂ ਵੱਧ ਪਿਆਰੇ ਗੁਰਸਿੱਖ, 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਚਮਕੌਰ ਦੀ ਗੜੀ ਦੇ ਅੰਦਰ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਹ ਇਤਿਹਾਸ ਚੱਲ ਰਹੇ ਨੇ। ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਸਾਹਿਬ ਜੀ, ਉਹਨਾਂ ਦੇ ਨਾਲ 5 ਸੂਰਬੀਰ ਗੁਰਸਿੱਖ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਬੇਅੰਤ ਦੁਸ਼ਮਣਾਂ ਤੇ ਵੈਰੀਆਂ ਦੇ ਨਾਲ ਜੰਗ ਯੁੱਧ ਕਰਕੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਹ ਕੱਲ ਆਪਾਂ ਇਤਿਹਾਸ ਸਰਵਣ ਕੀਤਾ ਹੈ। ਜਿਸ ਤਰ੍ਹਾਂ ਅੱਜ ਦੇ ਇਤਿਹਾਸ ਦੇ ਅੰਦਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਉਹਨਾਂ ਨੇ ਇਸ ਗੜੀ ਦੇ ਵਿੱਚੋਂ ਨਿਕਲ ਕੇ 5 ਸਿੰਘਾਂ ਦੇ ਸਮੇਤ ਉਹਨਾਂ ਬੈਰੀਆਂ ਨੂੰ ਭਾਜੜਾਂ ਪਾਈਆਂ। ਉਹਨਾਂ ਬੈਰੀਆਂ ਦੁਸ਼ਮਣਾਂ ਦੇ ਨਾਲ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਸ਼ਹੀਦੀ ਪਾਈ। ਇਹ ਅੱਜ ਪ੍ਰਸੰਗ ਆ ਰਿਹਾ ਹੈ। ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਣਾ ਧਿਆਨ, ਆਪਣੀ ਸੁਰਤ ਸ੍ਰੀ ਚਮਕੌਰ ਸਾਹਿਬ ਜੀ ਦੀ ਉਸ ਕੱਚੀ ਗੜੀ ਦੇ ਵੱਲ ਲੈ ਕੇ ਜਾਈਏ। ਜਿਸ ਤਰ੍ਹਾਂ ਬੜਾ ਭਾਰੀ ਘਮਸਾਨ ਦਾ ਯੁੱਧ ਹੋ ਰਿਹਾ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਔਰ ਨਾਲ ਦੇ ਗੁਰਸਿੱਖ ਜਿਸ ਤਰ੍ਹਾਂ ਜੰਗ ਯੁੱਧ ਕਰ ਰਹੇ ਨੇ, ਉਹ ਸਾਰਾ ਇਤਿਹਾਸ ਪ੍ਰੇਮ ਸਤਿਕਾਰ ਸਹਿਤ ਆਪਣੀਆਂ ਸੁਰਤਾਂ ਨੂੰ ਇਕਾਗਰ ਕਰਕੇ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਵਾਹਰ ਹੇਲ ਕੋ ਕਰਤ ਭੇ। ਇਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਅੰਦਰ ਹਨ। ਚਮਕੌਰ ਦੀ ਉੱਚੀ ਬੁਰਜੀ ਦੇ ਵਿੱਚ ਦਰੀਚੀ ਦੇ ਅੰਦਰ ਬੈਠ ਕੇ ਸਤਿਗੁਰੂ ਮਹਾਰਾਜ ਜੀ ਬੜੇ ਵਧੀਆ ਤਰੀਕੇ ਦੇ ਨਾਲ ਹਜ਼ੂਰ ਤੀਰ ਚਲਾ ਰਹੇ ਨੇ। ਇਸੇ ਤਰ੍ਹਾਂ ਵਾਰ-ਵਾਰ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਚੋਂ ਬਾਹਰ ਨਿਕਲ ਕੇ ਜੰਗ ਦੇ ਅੰਦਰ ਜੂਝ ਕੇ ਸ਼ਹੀਦੀਆਂ ਪਾ ਰਹੇ ਹਨ। ਇਸ ਤਰ੍ਹਾਂ ਜਦੋਂ ਬਹੁਤ ਭਾਰੀ ਵੱਡਾ ਹੱਲਾ ਇਹਨਾਂ ਮੁਗਲਾਂ ਨੇ ਤੇ ਇਸੇ ਤਰ੍ਹਾਂ ਦੁਸ਼ਮਣ ਵੈਰੀਆਂ ਨੇ ਕੀਤਾ, ਚੌਂਦਿਸ ਤੇ ਸਮੁਦਾਏ, ਚਾਹਾਂ ਤਰਫਾਂ ਤੋਂ ਸਮੁਦਾਇ ਸਾਰਿਆਂ ਨੇ ਇਕੱਠਿਆਂ ਹੋ ਕੇ ਚਮਕੌਰ ਦੀ ਗੜੀ ਨੂੰ ਆਸੇ ਪਾਸੇ ਤੋਂ ਘੇਰਾ ਪਾਇਆ ਹੈ। ਸਿੰਘ ਜੁਝਾਰ ਤਬ ਵੀਰ ਬਰ। ਉਸ ਵੇਲੇ ਬਾਬਾ ਜੁਝਾਰ ਸਿੰਘ ਸਾਹਿਬ ਜੀ, ਜੋ ਮਹਾਨ ਸੂਰਬੀਰ ਯੋਧੇ ਹਨ, ਜਿਨ੍ਹਾਂ ਦੀ ਉਮਰ ਸਾਧ ਸੰਗਤ ਜੀ ਕੇਵਲ 14 ਸਾਲ ਦੀ ਉਮਰ ਹੈ। ਬਾਬਾ ਜੁਝਾਰ ਸਿੰਘ ਜੀ
14 ਸਾਲ ਦੀ ਉਮਰ ਵਾਲੇ ਜੋ ਮਹਾਨ ਸੂਰਬੀਰ ਹਨ। ਲੈ ਗੁਰ ਪਿਤਾ ਰਜਾਏ। ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਨੇ ਆਗਿਆ ਮੰਗੀ ਕਿ ਸਤਿਗੁਰੂ ਆਪ ਕਿਰਪਾ ਕਰਕੇ ਮੈਨੂੰ ਜੰਗ ਦੇ ਅੰਦਰ ਜਾਣ ਦੀ ਆਗਿਆ ਬਖਸ਼ੋ। ਚੌਪਈ ਪੰਜ ਸਿੰਘ ਨਿਕਸੇ ਤਿਨ ਸੰਗ। ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ 5 ਸਿੰਘ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਬਾਹਰ ਨਿਕਲੇ ਹੈ। ਉਹਨਾਂ 5 ਗੁਰਸਿੱਖਾਂ ਦੇ ਨਾਮ ਹਨ ਪਿਆਰੇ ਹਿੰਮਤ ਸਿੰਘ ਜੀ ਜੋ 5 ਪਿਆਰਿਆਂ ਦੇ ਵਿੱਚੋਂ ਨੇ। ਇਸੇ ਤਰ੍ਹਾਂ ਪਿਆਰੇ ਸਾਹਿਬ ਸਿੰਘ ਜੀ ਜੋ 5 ਪਿਆਰਿਆਂ ਦੇ ਵਿੱਚੋਂ ਨੇ। ਭਾਈ ਲਾਲ ਸਿੰਘ ਜੀ, ਭਾਈ ਮੋਹਰ ਸਿੰਘ ਜੀ, ਭਾਈ ਕੇਸਰ ਸਿੰਘ ਜੀ। ਇਹ ਜਿਹੜੇ 5 ਸਿੰਘ ਹਨ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਉਸ ਵੇਲੇ ਨਿਕਲੇ ਹਨ। ਜਿਨ ਚਿਤ ਚਾਉ ਕਰਨ ਕੋ ਜੰਗ। ਜਿਨ੍ਹਾਂ ਦੇ ਚਿੱਤ ਦੇ ਅੰਦਰ ਜੰਗ ਕਰਨ ਦਾ ਚਾਅ ਹੈ। ਪ੍ਰਥਮ ਤੁਫੰਗਨ ਕੀ ਕਰ ਮਾਰ। ਸਭ ਤੋਂ ਪਹਿਲਾਂ ਗੁਰੂ ਕੇ ਸੂਰਬੀਰ ਬਹਾਦਰਾਂ ਨੇ ਚਮਕੌਰ ਦੀ ਗੜ੍ਹੀ ਦੇ ਵਿੱਚੋਂ ਬਾਹਰ ਆਉਂਦਿਆਂ ਹੀ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾਉਣਾ ਕੀਤੀਆਂ। ਮਾਰ ਮਾਰ ਕਰ ਪਰੇ ਜੁਝਾਰ। ਇਸੇ ਤਰ੍ਹਾਂ ਜਿਹੜੇ ਜੁਝਾਰੂ ਸੂਰਮੇ ਹਨ ਉਹ ਮਾਰ ਲੋ ਕਰਦੇ ਹੋਏ ਬੈਰੀਆਂ ਦੁਸ਼ਮਣਾਂ ਦੇ ਉੱਪਰ ਟੁੱਟ ਕੇ ਪੈ ਗਏ। ਬਾਹਰ ਤੜਾ ਤੜ ਛੋੜ ਤਮਾਚੇ। ਉਸ ਤੋਂ ਬਾਅਦ ਤਾੜ ਕਰਦੇ ਹੋਏ ਜਿਹੜੇ ਤਮਾਚੇ ਹਨ ਪਿਸਤੌਲ ਹਨ ਇਹ ਚੱਲੇ। ਸਤਿਗੁਰ ਕੋ ਰੁਖ ਪਿਖ ਰਿਸ ਰਾਚੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਰੁਖ ਵੇਖ ਕੇ ਖਿਆਲ ਵੇਖ ਕੇ ਗੁਰੂ ਕੇ ਸਿੱਖ ਯੋਧੇ ਸੂਰਬੀਰ ਵੀਰ ਰਸ ਦੇ ਵਿੱਚ ਰੰਗੇ ਗਏ ਹਨ। ਅਪਰ ਉਪਾਏ ਨ ਕੋ ਬਨ ਆਵੈ। ਕਿਸੇ ਪ੍ਰਕਾਰ ਦੇ ਨਾਲ ਵੀ ਹੁਣ ਕੋਈ ਵੀ ਹੋਰ ਉਪਾਅ ਯਤਨ ਢੰਗ ਤਰੀਕਾ ਨਹੀਂ ਬਣ ਆਉਂਦਾ। ਪ੍ਰਭੂ ਸਨਮੁਖ ਹੋਏ ਸੀਸ ਚੜਾਵੈ। ਸਤਿਗੁਰੂ ਗੁਰੂ ਕਲਗੀਧਰ ਪਿਆਰੇ ਸਤਿਗੁਰੂ ਜੀ ਦੇ ਸਾਹਮਣੇ ਹੋ ਕੇ ਆਪਣਾ ਸੀਸ ਭੇਟਾ ਕਰ ਰਹੇ ਹੈ। ਕਿਉਂਕਿ ਅਸਲ ਵਿੱਚ ਸੀਸ ਭੇਟਾ ਤਾਂ ਉਸ ਦਿਨ ਹੀ ਇਹ ਪਰਨ ਕੀਤਾ ਹੁੰਦਾ ਜਿਸ ਵੇਲੇ 5 ਪਿਆਰਿਆਂ ਦੇ ਕੋਲੋਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ। ਉਸ ਵੇਲੇ 5 ਪਿਆਰੇ ਇਹ ਪੁੱਛਦੇ ਨੇ ਕਿ ਅੱਜ ਤੋਂ ਬਾਅਦ ਆਪਣਾ ਇਹ ਸੀਸ ਤੂੰ ਗੁਰੂ ਕਾ ਸਮਝਣਾ। ਇਹ ਪਰਨ ਤਾਂ ਉਸ ਵੇਲੇ ਖੰਡੇ ਵਾਟੇ ਦੀ ਪਾਹੋ ਲੈਣ ਦੇ ਸਮੇਂ ਹੀ ਸੀਸ ਭੇਟਾ ਕਰਨ ਦਾ ਲਿਆ ਜਾਂਦਾ ਹੈ। ਹੁਣ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਾਸ ਸਾਹਮਣੇ ਇਹ ਆਪਣਾ ਗੁਰੂ ਕੇ ਸਿੱਖ ਸੀਸ ਭੇਟਾ ਕਰਕੇ ਗੁਰੂ ਦੀ ਪ੍ਰਸੰਨਤਾ ਖੁਸ਼ੀ ਲੈਣਾ ਚਾਹੁੰਦੇ ਹਨ। ਮ੍ਰਿਗ ਝੰਡਨ ਮਹਿ ਕੇਹਰ ਫਿਰੈ। ਗੁਰੂ ਕੇ ਯੋਧੇ ਸੂਰਮੇ ਬੈਰੀਆਂ ਦੇ ਵਿੱਚ ਇਉਂ ਫਿਰਦੇ ਐ ਜਿਸ ਤਰ੍ਹਾਂ ਨਿਰਭੈ ਹੋ ਕਰਕੇ ਮਿਰਗਾਂ ਦੇ ਵਿੱਚ ਸ਼ੇਰ ਫਿਰਦਾ ਹੋਵੇ। ਨਿਰਭੈ ਵੀਰ ਕਹਿ ਤਰਾਸ ਨ ਧਰੈ। ਇਸੇ ਤਰ੍ਹਾਂ ਯੋਧੇ ਸੂਰਮੇ ਐਸੇ ਜੰਗ ਦੇ ਅੰਦਰ ਵਿਚਰ ਰਹੇ ਨੇ ਕਿਸੇ ਪ੍ਰਕਾਰ ਦਾ ਬੈਰੀਆਂ ਤੋਂ ਕੋਈ ਮਨ ਦੇ ਵਿੱਚ ਭੈ ਨਹੀਂ, ਕੋਈ ਡਰ ਨਹੀਂ ਹੈ। ਪ੍ਰਾਨ ਬਚੈ ਇਹ ਲਾਲਚ ਛੋਰਾ। ਗੁਰੂ ਕੇ ਸਿੱਖਾਂ ਨੇ ਮਨ ਦੇ ਵਿੱਚੋਂ ਇਹ ਬਿਲਕੁਲ ਲਾਲਸਾ ਹੀ ਖਤਮ ਕਰ ਦਿੱਤੀ ਹੈ ਕਿ ਸਾਡੇ ਹੁਣ ਪ੍ਰਾਣ ਬਚਣਗੇ। ਆਪਣੇ ਪ੍ਰਾਣਾਂ ਦਾ ਆਪਣੇ ਬਚਨ ਦਾ ਕੋਈ ਮਨ ਦੇ ਵਿੱਚ ਲਾਲਸਾ ਨਹੀਂ, ਇੱਛਾ ਨਹੀਂ ਹੈ। ਮਾਰ ਹੈ ਅਗਰ ਪਰੈ ਰਿਪ ਹੋਰਾ। ਉਸ ਵੇਲੇ ਅੱਗੇ ਹੋ ਕਰਕੇ ਬੈਰੀਆਂ ਦੀ ਤਰਫ ਅੱਗੇ ਵੱਧ ਕੇ ਬੈਰੀਆਂ ਨੂੰ ਮਾਰਦੇ ਹਨ। ਜਿਉ ਗਰਜਤ ਹੈ ਸਿੰਘ ਜੁਝਾਰੇ। ਜਿਹੜੇ ਜੁਝਾਰੂ ਸੂਰਮੇ ਨੇ ਇਸ ਤਰ੍ਹਾਂ ਜੰਗ ਦੇ ਅੰਦਰ ਉਹ ਗਰਜ ਰਹੇ ਆ ਸ਼ੇਰ ਦੇ ਵਾਂਗ। ਫਿਰੈ ਨ ਰਿਪ ਇਤ ਉਤ ਦੈ ਟਾਰੇ। ਜਿਹੜੇ ਬੈਰੀ ਹੈ ਉਹ ਹਰਨਾਂ ਦੀ ਨਿਆਈ ਆਸੇ ਪਾਸੇ ਹੋ ਜਾਂਦੇ ਆ। ਗੁਰੂ ਕੇ ਸੂਰਮੇ ਜਿਸ ਵੇਲੇ ਵੰਗਾਰ ਕੇ ਆਉਂਦੇ ਆ ਉਹਨਾਂ ਦੇ ਉੱਪਰ ਪੈਂਦੇ ਹਨ। ਪਹੁੰਚ ਜਾਏ ਪਰ ਸ਼ਸਤਰ ਚਲਾਵਹਿ। ਗੁਰੂ ਕੇ ਸੂਰਮੇ ਯੋਧੇ ਜਾ ਕਰਕੇ ਬੈਰੀਆਂ ਦੁਸ਼ਮਣਾਂ ਦੇ ਉੱਪਰ ਪੈ ਕੇ ਜਾ ਕਰਕੇ ਸ਼ਸਤਰ ਚਲਾਉਂਦੇ ਐ। ਇੱਕ ਤੇ ਦੁਆਇਆ ਕਰ ਧਰਨ ਗਿਰਾਵਹਿ। ਇੱਕ ਤੋਂ 2 ਟੁਕੜੇ ਕਰਕੇ ਹੇਠਾਂ ਧਰਤੀ ਦੇ ਉੱਪਰ ਸਿੱਟ ਦਿੰਦੇ ਹਨ। ਮਾਰ ਮਾਰ ਕਰ ਤੁਰਕ ਹਜ਼ਾਰੋਂ। ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਤੁਰਕ ਹੈ, ਪਠਾਨ ਹੈ, ਮਾਰ ਲੋ ਕਹਿੰਦੇ ਹੋਏ ਇਤ ਉਤ ਫਿਰ ਘੇਰ ਹੈ ਦਿਸ ਚਾਰੋਂ। ਚਾਰੇ ਤਰਫਾਂ ਤੋਂ ਗੁਰੂ ਕੇ ਯੋਧਿਆਂ ਸੂਰਮਿਆਂ ਨੂੰ ਆਸੇ ਪਾਸੇ ਹੋ ਕਰਕੇ ਘੇਰਾ ਪਾਉਣ ਦਾ ਯਤਨ ਕਰਦੇ ਹਨ। ਤੋ ਮਰਨ ਕੀ ਸ਼ੰਕ ਨ ਜਿਨ ਕੋ। ਤਾਂ ਵੀ ਗੁਰੂ ਕੇ ਸੂਰਮੇ ਯੋਧਿਆਂ ਦੇ ਮਨ ਦੇ ਵਿੱਚ ਮਰਨ ਦੀ ਕੋਈ ਸ਼ੰਕਾ ਨਹੀਂ ਹੈ। ਇਧਰ ਤਾਂ ਮੋਹਿ ਮਰਨੇ ਕਾ ਚਾਉ ਹੈ
ਮਨ ਦੇ ਅੰਦਰ ਚਾਅ ਚੜਿਆ ਹੋਇਆ ਗੁਰੂ ਕੇ ਸੂਰਮਿਆਂ ਦੇ। ਕਹਾਂ ਸੂਰਤਾ ਗੁਣ ਗਨ ਤਿਨ ਕੋ। ਇਸ ਕਾਰਨ ਕਰਕੇ ਕਿਹੜੇ ਢੰਗ ਦੇ ਨਾਲ ਗੁਰੂ ਕੇ ਯੋਧੇ ਸੂਰਮਿਆਂ ਦੇ ਜਿਹੜੇ ਸਮੂਹ ਗੁਣ ਹਨ ਉਹ ਕਹਿਣਾ ਕਰੀਏ। ਪਹੁੰਚੈ ਸਨਮੁਖ ਜਿਸ ਕਰ ਝਾਰ ਹੈ। ਜਿਹੜਾ ਵੀ ਸਾਹਮਣੇ ਆਉਂਦਾ ਉਸ ਨੂੰ ਵੰਗਾਰ ਕੇ, ਉਸ ਨੂੰ ਲਲਕਾਰ ਕੇ ਗੁਰੂ ਕੇ ਸੂਰਮੇ ਵਾਰ ਕਰਕੇ ਝਾੜ ਦਿੰਦੇ ਐ। ਗੁਰ ਪ੍ਰਤਾਪ ਤੇ ਤਤ ਛਿਨ ਮਾਰ ਹੈ। ਸਤਿਗੁਰੂ ਮਹਾਰਾਜ ਜੀ ਦੇ ਤੇਜ ਪ੍ਰਤਾਪ ਦੇ ਨਾਲ ਜਿਹੜਾ ਵੀ ਬੈਰੀ ਦੁਸ਼ਮਣ ਚੜ ਕੇ ਆਇਆ ਉਹਨੂੰ ਸਦਾ ਦੀ ਨੀਂਦ ਸਵਾ ਦਿੰਦੇ ਹਨ। ਸ਼ੋਧਿਤ ਸ਼ਰਮਤ ਦੁਖ ਤਿਹ ਛਿਨ ਟਾਰੇ। ਜਿਹੜੇ ਗੁਰੂ ਕੇ ਸਿੱਖ ਨੇ ਭਾਵੇਂ ਉਹਨਾਂ ਦੇ ਸਰੀਰ ਦੇ ਉੱਪਰ ਅਨੇਕਾਂ ਪ੍ਰਕਾਰ ਦੇ ਨਾਲ ਪਹਿਲਾਂ ਇੱਕ ਤਾਂ ਠੰਡ ਹੋਣ ਕਰਕੇ ਵੀ ਇਹ ਤਕਲੀਫ ਹੈ, ਇਸੇ ਤਰ੍ਹਾਂ ਥਕਾਵਟ ਵੀ ਹੈ ਤੇ ਭੁੱਖ ਦਾ ਦੁੱਖ ਵੀ ਹੈ, ਪਰ ਗੁਰੂ ਕੇ ਸਿੱਖ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਫੌਜ ਤੇਜ ਗੁਰ ਦਇਓ ਉਦਾਰੇ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਨ ਦੇ ਅੰਦਰ ਇਤਨਾ ਪ੍ਰੇਮ ਹੈ। ਪ੍ਰੇਮ ਹੋਣ ਕਾਰਨ ਤੇ ਹਮੇਸ਼ਾ ਸਤਿਗੁਰੂ ਜੀ ਦੇ ਕੋਲੋਂ ਸਿੱਖ ਕੁਰਬਾਨ ਹੋਣਾ ਚਾਹੁੰਦੇ ਐ। ਸਿੱਖ ਚਾਹੁੰਦੇ ਐ ਕਿ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਅੰਦਰ ਅਸੀਂ ਪ੍ਰਵਾਨ ਹੋ ਸਕੀਏ। ਇਹ ਜਿਹੜੀ ਜ਼ਿੰਦਗੀ ਹੈ ਇਹ 4 ਦਿਨਾਂ ਦੀ ਹੈ। ਕਿਉਂ ਨਾ ਹੋਵੇ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਜਿਹੜੇ ਦੁਸ਼ਮਣ ਵੈਰੀ ਹੈ ਇਹਨਾਂ ਨੂੰ ਮਾਰ ਕੇ ਅਸੀਂ ਸਤਿਗੁਰੂ ਜੀ ਦੀ ਪ੍ਰਸੰਨਤਾ ਹਾਸਲ ਕਰ ਸਕੀਏ। ਜਿਉ ਨਟ ਉਛਲਤ ਬਾਜੀ ਪਾਵਤ। ਜਿਸ ਪ੍ਰਕਾਰ ਇੱਕ ਜਿਹੜਾ ਨਟ ਤਮਾਸ਼ਗੀਰ ਹੁੰਦਾ ਤੇ ਉਹ ਬਹੁਤ ਭਾਰੀ ਉਹ ਬਾਜ਼ੀਆਂ ਪਾਉਂਦਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਜੰਗ ਦੇ ਵਿੱਚ ਇਹ ਬਾਜ਼ੀਆਂ ਮਾਰਨ ਦੀ ਨਿਆਈ ਬਹੁਤ ਪੈਰਾਂ ਦੀ ਫੁਰਤੀ ਕਰਦੇ ਹਨ। ਤਿਉ ਬਲ ਤੇ ਏਕਲ ਚਲ ਜਾਵਤ। ਇਸੇ ਤਰ੍ਹਾਂ ਆਪਣੇ ਬਲ ਦੇ ਨਾਲ ਗੁਰੂ ਕੇ ਸੂਰਮੇ ਯੋਧੇ ਜੰਗ ਦੇ ਵਿੱਚ ਬੜੀ ਤੇਜ਼ੀ ਤੇ ਫੁਰਤੀ ਕਰਦੇ ਐ। ਜਬ ਲਗ ਪ੍ਰਾਨ ਤਜੇ ਨਹਿ ਰਨ ਮੈਂ। ਜਿੰਨੇ ਸਮੇਂ ਤੱਕ ਜੰਗ ਦੇ ਵਿੱਚ ਆਪਣਾ ਸਰੀਰ ਆਪਣੇ ਪ੍ਰਾਣ ਨਹੀਂ ਤਿਆਗ ਦਿੰਦੇ, ਤਬ ਲਗ ਹਤੈ ਰਿਪਨ ਕੇ ਤਨ ਮਹਿ। ਉਹਨੇ ਸਮੇਂ ਤੱਕ ਬੈਰੀਆਂ ਦੇ ਸਰੀਰ ਵਿੰਨੀ ਜਾ ਰਹੇ ਐ, ਖਤਮ ਕਰੀ ਜਾ ਰਹੇ ਹਨ। ਮਾਰੇ ਜਾਹੇ ਮਰਨ ਲਗ ਜੀਤੇ। ਆਪਣੇ ਸ਼ਹੀਦ ਹੋਣ ਤੱਕ ਜਿੰਨੇ ਬੈਰੀਆਂ ਨੂੰ ਮਾਰਿਆ ਜਾਂਦਾ ਹੈ ਕਰ ਪੁਰਖਾਰਤ ਹਨ ਹੈ ਤੇਤੇ। ਬਹੁਤ ਬੜਾ ਭਾਰੀ ਵੱਡਾ ਪੁਰਸ਼ਾਰਥ ਕਰਕੇ ਬਲ ਉਦਮ ਕਰਕੇ ਗੁਰੂ ਕੇ ਸੂਰਮੇ ਮਾਰਦੇ ਆ ਯੁੱਧ ਦੇ ਵਿੱਚ। ਪੰਚੋ ਸਿੰਘ ਸੋ ਵੀਰ ਮੁਛਾਲੇ। ਜਿਹੜੇ 5 ਗੁਰੂ ਕੇ ਸੂਰਮੇ ਐ ਤੇ ਇਹ ਬਹੁਤ ਭਾਰੀ ਮੁਸ਼ਾਲੇ ਮੁਸ਼ਹਿਰਿਆਂ ਵਾਲੇ ਹਨ। ਲੜ ਕਰ ਬਹੁਤਨ ਕੇ ਕਰ ਗਾਲੇ। ਉਸ ਵੇਲੇ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਜੰਗ ਦੇ ਵਿੱਚ ਲੜਾਈ ਕਰਕੇ ਬੇਅੰਤ ਬੈਰੀਆਂ ਦੇ ਘਰਾਂ ਨੂੰ ਸਰੀਰਾਂ ਨੂੰ ਗਾਲ ਦਿੱਤਾ, ਖਤਮ ਕਰ ਦਿੱਤਾ। ਜਲ ਕੋ ਮਛ ਹਲਾਵ ਹੈ ਜੈਸੇ। ਜੰਗ ਦੇ ਅੰਦਰ ਇਉਂ ਗੁਰੂ ਕੇ ਸਿੱਖ ਨਿਰਭੈ ਹੋ ਕਰਕੇ ਬਿਨਾਂ ਕਿਸੇ ਮੌਤ ਦੇ ਡਰ ਤੋਂ ਹੋ ਕੇ ਜੰਗ ਦੇ ਵਿੱਚ ਵਿਚਰ ਰਹੇ ਨੇ। ਜਿਸ ਪ੍ਰਕਾਰ ਇੱਕ ਸਮੁੰਦਰ ਦੇ ਵਿੱਚ ਜਿਵੇਂ ਮਗਰਮੱਛ ਪਾਣੀ ਨੂੰ ਹਿਲਾ ਦਿੰਦਾ, ਇਉਂ ਗੁਰੂ ਕੇ ਸਿੱਖ ਇਹਨਾਂ ਬੈਰੀਆਂ ਦੇ ਵਿੱਚ ਹਲਚਲੀ ਪਾ ਰਹੇ ਹੈ। ਹਲਾ ਚੱਲ ਲਸ਼ਕਰ ਮਹਿ ਤੈਸੇ। ਇਸੇ ਤਰ੍ਹਾਂ ਬੈਰੀਆਂ ਦੇ ਵਿੱਚ ਹਰ ਪਾਸੇ ਬੜੀ ਭਾਰੀ ਹਲਚਲੀ ਪੈ ਗਈ। ਮਿਲ ਛਲ ਖੈ ਗਨ ਤਬਕ ਚਲਾਈ। ਉਸ ਵੇਲੇ ਮਿਲ ਕੇ ਦੁਸ਼ਮਣ ਬੈਰੀ ਬੇਅੰਤੀ ਸਲਖਾਂ ਚਲਾਉਂਦੇ ਐ। ਜਦੋਂ ਇਕੱਠੀਆਂ ਬੰਦੂਕਾਂ ਚੱਲਦੀਆਂ ਨੇ ਉਹਨੂੰ ਸਲਖ ਮਾਰਨੀ ਕਹਿੰਦੇ ਐ। ਇਕੱਠੀਆਂ ਹੀ ਬੰਦੂਕਾਂ ਤਿਆਰ ਕਰਕੇ ਉਸ ਦੇ ਵਿੱਚੋਂ ਗੋਲੀਆਂ ਚਲਾਉਂਦੇ ਹਨ। ਇੱਕ ਕਹਿ ਬਹੁ ਲਗ ਲਗ ਗਿਰ ਜਾਈ। ਇੱਕ ਦੇ ਜਾਂ ਬਹੁਤਿਆਂ ਦੇ ਸਰੀਰਾਂ ਦੇ ਵਿੱਚ ਉਹ ਲੱਗ ਲੱਗ ਕੇ ਅੱਗੇ ਚਲੀ ਜਾਂਦੀ ਹੈ। ਸ੍ਰੀ ਜੁਝਾਰ ਸਿੰਘ ਜੋਰ ਵਿਸਾਲਾ। ਬਾਬਾ ਜੁਝਾਰ ਸਿੰਘ ਸਾਹਿਬ ਜੀ ਜਿਹੜੇ ਬਹੁਤ ਭਾਰੀ ਜੰਗ ਦੇ ਵਿੱਚ ਬੜਾ ਬਲ ਕਰ ਰਹੇ ਨੇ। ਵੈਸ ਕਿਸ਼ੋਰ ਦਿਪਤ ਵੱਡ ਭਾਲਾ। ਜਿਸ ਬਾਬਾ ਜੁਝਾਰ ਸਿੰਘ ਜੀ ਦੀ ਜਿਹੜੀ ਉਮਰ ਹੈ ਉਹ ਕਿਸ਼ੋਰ ਅਵਸਥਾ ਹੈ। ਸਰੀਰ ਦੀ ਜਿਹੜੀ ਕਿਸ਼ੋਰ ਅਵਸਥਾ 14 ਸਾਲ ਦੀ ਉਮਰ ਹੈ। ਦੇਖਿਓ ਜਿਸ ਭਰਾਤਾ ਤੋਂ ਯੁੱਧ। ਜਿਸ ਤਰ੍ਹਾਂ ਆਪਣੇ ਵੱਡੇ ਭਰਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਯੁੱਧ ਵੇਖਿਆ ਸੀ, ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਨੇਤਰਾਂ ਦੇ ਨਾਲ ਸਾਹਮਣੇ
ਉਸੇ ਤਰੀਕੇ ਦੇ ਨਾਲ, ਉਸੇ ਢੰਗ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਵਿੱਚ ਬੈਰੀਆਂ ਦੇ ਤਾਂ ਹੀ ਮਾਰਦੇ ਐ। ਐਸੇ ਕਰਨ ਲਗਿਓ ਬੜ ਕ੍ਰੋਧ। ਬੜਾ ਭਾਰੀ ਬਾਬਾ ਜੁਝਾਰ ਸਿੰਘ ਜੀ ਦੇ ਮਨ ਦੇ ਵਿੱਚ ਵੀਰ ਰਸ ਹੈ। ਪਿਤਾ ਪ੍ਰਸੰਨ ਹੋਏ ਜਿਮ ਹੇਰ। ਜਿਸ ਤਰ੍ਹਾਂ ਪਿਤਾ ਸਤਿਗੁਰੂ ਜੀ ਵੇਖ ਕੇ ਯੁੱਧ ਦੇ ਅੰਦਰ ਉਹਨਾਂ ਦੀ ਪ੍ਰਸੰਨਤਾ ਮਿਲ ਜਾਵੇ। ਇਹ ਸਭ ਕੁਝ ਕੇਵਲ ਆਪਣੇ ਪਿਆਰੇ ਗੁਰੂ ਨੂੰ, ਪਿਆਰੇ ਪਿਤਾ ਸਤਿਗੁਰੂ ਜੀ ਨੂੰ ਰੁਝਾਉਣ ਵਾਸਤੇ ਹੀ ਗੁਰੂ ਕੇ ਸਿੱਖ ਆਪਣੇ ਸਰੀਰਾਂ ਦੀ ਪ੍ਰਵਾਹ ਨਹੀਂ ਕਰ ਰਹੇ। ਤਥਾ ਸ਼ੀਘਰਤਾ ਕਰਹਿ ਬਡੇਰ। ਇਸੇ ਤਰ੍ਹਾਂ ਬਹੁਤ ਵੱਡੀ ਭਾਰੀ ਫੁਰਤੀ ਜਿਹੜੀ ਹੈ ਗੁਰੂ ਕੇ ਸੂਰਮੇ ਯੋਧੇ ਕਰਦੇ ਹੈ। ਨਿਠਰ ਕੁਦੰਡ ਪ੍ਰਚੰਡ ਮਹਾਨਾ। ਜਿਹੜਾ ਨਿਠਰ ਮੈਨੇ ਸਖਤ ਧਨਖ ਬਹੁਤ ਹੀ, ਜਿਹੜਾ ਜਿਸ ਦੇ ਵਿੱਚ ਅੱਗੇ ਤਿੱਖੇ ਤੀਰ ਰੱਖ ਕੇ ਚਲਾਉਣੇ ਹਨ। ਤੀਖਨ ਬਾਣ ਤਾਨ ਤੇ ਤਾਨਾ। ਬਹੁਤ ਬੜੇ ਬੜੇ ਤਿੱਖੇ ਤੀਰ ਉਸ ਦੇ ਵਿੱਚ ਤਾਣ ਕੇ ਖਿੱਚ ਕੇ ਚਲਾਏ ਜਾਂਦੇ ਨੇ। ਗੁਰਸਤ ਸਿੰਘ ਜੁਝਾਰ ਜੀ। ਇਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਜੋਰਾਵਰੀ ਦਿਖਾਏ। ਬਹੁਤ ਭਾਰੀ ਜੋਰਾਵਰੀ, ਬਹੁਤ ਵੱਡੀ ਬਹਾਦਰੀ, ਸੂਰਮਤਾਈ ਵਿਖਾ ਰਹੇ ਹੈ। ਮਾਰਤ ਸੁਬਟ ਰੰਗ ਕੋ। ਜਿਹੜਾ ਵੀ ਸਾਹਮਣੇ ਦੁਸ਼ਮਣ ਵੈਰੀ ਚੜ ਕੇ ਆ ਜਾਂਦਾ, ਚਾਹੇ ਉਹ ਸੂਰਮਾ ਹੋਵੇ, ਚਾਹੇ ਘੋੜਾ ਹੋਵੇ, ਚਾਹੇ ਕੋਈ ਵੀ ਹੋਵੇ, ਧਰਨ ਦੇਤ ਉਥਲਾਏ। ਮਾਰ ਕੇ ਸੂਰਮੇ ਨੂੰ ਹੇਠਾਂ ਧਰਤੀ ਦੇ ਉੱਪਰ ਉਲਟਾ ਕੇ ਸਾਹਿਬਜ਼ਾਦਾ ਜੀ ਛੱਟ ਦਿੰਦੇ ਹਨ। ਦਲਿਤ ਪਦ ਛੰਦ ਜਿਸ ਕੋ ਜਾਏ ਹਲਾ ਚਲ ਹੋਵੇ। ਜਿੱਧਰ ਨੂੰ ਬਾਬਾ ਜੁਝਾਰ ਸਿੰਘ ਸਾਹਿਬ ਜੀ ਜਾਂਦੇ ਐ, ਜੰਗ ਦੇ ਵਿੱਚ ਹਲਚਲੀ ਪੈ ਜਾਂਦੀ ਹੈ। ਇਹੋ ਆਵਤ ਲਿਹੁ ਮਾਰੀ। ਸਾਰੇ ਵਾਰੀ ਵਾਰੀ ਉੱਚੀ ਉੱਚੀ ਰੌਲਾ ਪਾਉਂਦੇ ਐ, ਕਹਿੰਦੇ ਆ ਇੱਕ ਗੁਰੂ ਕਾ ਸਾਹਿਬਜ਼ਾਦਾ ਪ੍ਰਤੀਤ ਹੁੰਦਾ, ਇਹਨੂੰ ਮਾਰ ਲੈਣਾ ਕਰੋ, ਕਿਤੇ ਚਲਿਆ ਨਾ ਜਾਵੇ ਜੰਗ ਦੇ ਵਿੱਚੋਂ। 100 ਸੈ ਉਮੜਤ ਗਹਿ ਆਯੁਧ। ਉਸ ਵੇਲੇ ਇਕੱਠੇ ਹੀ ਰਲ ਕੇ ਕੋਈ 100 200 ਇਕੱਠੇ ਹੀ ਸ਼ਸਤਰ ਚੁੱਕ ਕੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦੇ ਉੱਪਰ ਨੂੰ ਆਉਂਦੇ ਐ। ਨਗਨ ਖੜਗ ਕਰ ਧਾਰੀ। ਹੱਥਾਂ ਦੇ ਵਿੱਚ ਸਾਰਿਆਂ ਨੇ ਆਪੋ ਆਪਣੇ ਤਲਵਾਰਾਂ ਫੜੀਆਂ ਹੋਈਆਂ ਨੇ। ਸੇਲੇ ਸਾਗਨ ਤੋਮਰ ਤੀਰਨ। ਇਸੇ ਤਰ੍ਹਾਂ ਕਈਆਂ ਨੇ ਛੇਲੇ ਜਿਹੜੇ ਹਨ, ਭਾਲੇ ਹਨ, ਇਹ ਆਪਣੇ ਹੱਥਾਂ ਦੇ ਵਿੱਚ ਪਕੜੇ ਨੇ। ਸਾਂਗਣ ਬਰਸੀਆਂ ਨੇ, ਜਿਹੜੀ ਸਾਰੀ ਲੋਹੇ ਦੀ ਬਣੀ ਹੋਵੇ ਤੇ ਇਸੇ ਤਰ੍ਹਾਂ ਜਿਹਦਾ ਫਾਲਾ ਵੀ ਤਕਰੀਬਨ 4 ਫੁੱਟ ਦਾ ਹੋਵੇ, ਸਾਰੀ ਲੋਹੇ ਦੀ ਹੋਵੇ, ਉਹਨੂੰ ਸਾਂਗ ਕਹਿੰਦੇ ਐ। ਇਸੇ ਤਰ੍ਹਾਂ ਜਿਹੜੇ ਭਾਲੇ ਹਨ, ਸਾਂਗ ਹਨ, ਨੇਜੇ ਵਰਸ਼ੇ ਹਨ, ਅਦਿਕ ਛਟਾਏ ਤੁਫੰਗਾ। ਤੇ ਅਨੇਕਾਂ ਕਿਸਮਾਂ ਦੇ ਇਹ ਜਿਹੜੇ ਸ਼ਸਤਰ ਹਥਿਆਰ ਨੇ, ਉਹਨਾਂ ਨੂੰ ਲੈ ਕਰਕੇ ਸਾਹਿਬਜ਼ਾਦੇ ਦੇ ਉੱਪਰ ਉਹ ਮਾਰਨ ਵਾਸਤੇ ਚੱਲ ਕੇ ਬੰਦੂਕਾਂ ਲੈ ਕਰਕੇ ਮਾਰਦੇ ਹਨ। ਕਰਹਿ ਜਤਨ ਬਹੁ ਘੇਰਨ ਕੋ ਮਿਲ। ਗੱਲ ਕੀ ਬਾਬਾ ਜੁਝਾਰ ਸਿੰਘ ਜੀ ਨੂੰ ਘੇਰਨ ਦੇ ਵਾਸਤੇ ਅਨੇਕਾਂ ਪ੍ਰਕਾਰ ਦੇ ਯਤਨ ਢੰਗ ਤਰੀਕੇ ਵਰਤਦੇ ਨੇ। ਇਤ ਉਤ ਧਾਏ ਨਿਸ਼ੰਗਾ। ਨਿਸੰਗ ਹੋ ਕੇ ਆਸੇ ਪਾਸੇ ਜੰਗ ਦੇ ਵਿੱਚ ਦੌੜ ਦੌੜ ਕੇ ਸਾਹਿਬਜ਼ਾਦੇ ਨੂੰ ਘੇਰਨ ਦਾ ਯਤਨ ਕਰਦੇ ਨੇ। ਲੱਖੋਂ ਸ਼ਸਤਰ ਚਲਤ ਹੈ ਇਸ ਬਿਦ। ਇਸ ਵਿਧੀ ਦੇ ਨਾਲ, ਢੰਗ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੀ ਸ਼ਸਤਰ ਇੱਕ ਦੂਜਿਆਂ ਦੇ ਉੱਪਰ ਮਾਰ ਰਹੇ ਨੇ। ਜਨ ਬਲ ਤੇ ਘਨ ਉਠਾ। ਕਹਿੰਦੇ ਇਉਂ ਜੰਗ ਦੇ ਵਿੱਚ ਕਦੇ ਤੀਰ ਚੱਲਦੇ ਐ, ਕਦੇ ਤਲਵਾਰਾਂ ਚੱਲਦੀਆਂ ਨੇ, ਜਿਵੇਂ ਆਕਾਸ਼ ਦੇ ਵਿੱਚੋਂ ਬੱਦਲਾਂ ਦੀ ਬਾਰਿਸ਼ ਹੁੰਦੀ ਹੈ। ਗੋਰੀ ਤੀਰ ਤਰਾਤਰ ਬਰਖਤ। ਉਸ ਵੇਲੇ ਗੋਲੀਆਂ ਤੀਰ ਹੇਠਾਂ ਉੱਤੇ ਨੀਵੇਂ ਹੋ ਕਰਕੇ ਬੇਅੰਤੀ ਚੱਲਦੇ ਨੇ। ਸ਼ਬਦ ਵੱਡੋ ਤਬ ਉਠਾ। ਬਹੁਤ ਭਾਰੀ ਉਸ ਵੇਲੇ ਜੰਗ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਨੇ। ਹਾਥ ਦੇ ਪ੍ਰਭ ਰਾਖਤ ਸਭ ਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਦੇ ਕੇ ਆਪਣਾ ਕਿਰਪਾ ਰੂਪ ਹੱਥ ਦੇ ਕਰਕੇ ਇਹਨਾਂ ਦੁਸ਼ਮਣਾਂ ਤੋਂ, ਬੈਰੀਆਂ ਤੋਂ, ਉਹਨਾਂ ਦੇ ਹਥਿਆਰਾਂ ਤੋਂ ਬਚਾ ਰਹੇ ਆ ਆਪਣੇ ਖਾਲਸੇ ਨੂੰ। ਫਿਰਤ ਵਿੱਚ ਉਤਲਾਵਾ। ਸਾਰਿਆਂ ਦੇ ਵਿੱਚ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਬਾਕੀ ਇਹ ਜਿਹੜੇ ਬਾਕੀ ਦੇ 5 ਸਿੰਘ ਹਨ, ਇਹ ਜੰਗ ਦੇ ਵਿੱਚ ਵਿਚਰ ਰਹੇ ਆ, ਫਿਰ ਰਹੇ ਆ। ਪੜਗ ਨਿਕਾਸੇ ਬਾੜਤ ਸਤਰਨ। ਬੈਰੀਆਂ ਨੂੰ ਵੱਢਦਿਆਂ ਹੋਇਆਂ ਜਿਹੜੀ ਇਸੇ ਤਰ੍ਹਾਂ ਤਲਵਾਰ ਹੈ ਉਹ ਬਾਹਰ ਕੱਢੀ ਹੋਈ ਹੈ ਮਿਆਨ ਦੇ ਵਿੱਚੋਂ। ਜਿਉ ਲਾਗੀ ਬਨ ਦਾਵਾ। ਜਿਸ ਤਰ੍ਹਾਂ ਅੱਗ ਜੰਗਲ ਦੇ ਵਿੱਚ ਅੱਗ ਲੱਗੀ ਹੁੰਦੀ ਹੈ, ਇਉਂ ਉਸ ਵੇਲੇ ਤਲਵਾਰਾਂ ਦੇ ਉੱਪਰ ਤਲਵਾਰ ਵੱਜਣ ਦੇ ਨਾਲ ਇੱਕ ਤਾਂ ਚੰਗਿਆੜੇ ਨਿਕਲਦੇ ਨੇ ਤੇ ਇਸੇ ਤਰ੍ਹਾਂ ਬਹੁਤ ਭਾਰੀ ਬੰਦੂਕਾਂ ਦੇ ਵਿੱਚੋਂ ਅੱਗ ਨਿਕਲਦੀ ਹੈ।
ਇਉਂ ਪ੍ਰਤੀਤ ਹੁੰਦਾ ਜਿਵੇਂ ਜੰਗਲ ਨੂੰ ਅੱਗ ਲੱਗ ਗਈ ਹੋਵੇ। ਇਹ ਜੰਗਲ ਦੀ ਨਿਆਈ ਪ੍ਰਤੀਤ ਹੁੰਦੇ ਆ ਜਿਹੜੀਆਂ ਫੌਜਾਂ ਹਨ। ਛਿਨ ਮਹਿ ਨਿਕਸ ਜਾਤ ਹੈ ਵਿੱਚ ਤੇ। ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਇਤਨੇ ਫੁਰਤੀਲਾ ਸਰੀਰ ਹੈ ਉਹਨਾਂ ਦਾ, ਜਦੋਂ ਇਕੱਠੇ ਹੋ ਕਰਕੇ ਉਹ ਘੇਰਾ ਪਾਉਂਦੇ ਐ, ਬਾਬਾ ਜੁਝਾਰ ਸਿੰਘ ਜੀ ਸਾਰਿਆਂ ਦੇ ਵਿੱਚ ਦੀ ਅੱਖ ਦੀ ਫੁਰਤੀ ਦੇ ਨਾਲ ਹੀ ਵਿੱਚੋਂ ਘੇਰੇ ਚੋਂ ਬਾਹਰ ਚਲੇ ਜਾਂਦੇ ਨੇ। ਤੁਤੀ ਦਿਸ਼ਾ ਜਬ ਜਾਵੈ। ਤੇ ਜਿਸ ਵੇਲੇ ਦੂਜੀ ਤਰਫ ਦੂਜੇ ਪਾਸੇ ਜਾਂਦੇ ਐ, ਖੜਗ ਕੜਾਕੜ ਮਾਰ ਮਚਾ ਜਬ। ਉਸ ਵੇਲੇ ਤੇਗਿਆਂ ਦੀ ਬੰਦੂਕਾਂ ਦੀ ਕਾੜ ਕਾੜ ਦੀ ਆਵਾਜ਼ ਉੱਠਦੀ ਹੈ। ਮਹਾਰੌਰ ਤਬ ਪਾਵੈ। ਬੜਾ ਭਾਰੀ ਰੌਲਾ ਪਾਉਂਦੇ ਐ ਕਿ ਸਾਹਿਬਜ਼ਾਦੇ ਨੂੰ ਖਤਮ ਕਰ ਦਿਓ। ਜਨ ਖੇਲਤ ਹੈ ਬਾਲਕ ਸੰਗੇ। ਬਾਬਾ ਜੁਝਾਰ ਸਿੰਘ ਜੀ ਇਉਂ ਜੰਗ ਦੇ ਵਿੱਚ ਰਣ ਦੇਖ ਸੂਰੇ ਚਿੱਤ ਉਲਾਸ ਵਾਲੀ ਗੱਲ ਹੈ। ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਇਉਂ ਫੁਰਤੀ ਦੇ ਨਾਲ ਜੰਗ ਦੇ ਵਿੱਚ ਲੜਦੇ ਐ, ਜੂਝਦੇ ਐ, ਜਿਵੇਂ ਕੋਈ ਹੋਲੀ ਦੇ ਦਿਨਾਂ ਦੇ ਵਿੱਚ ਕੋਈ ਹੋਲੀ ਖੇਡਦੇ ਹੁੰਦੇ ਆ ਬੱਚੇ। ਇਉਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਜੰਗ ਦੇ ਅੰਦਰ ਇਹ ਮਾਨੋ ਜਿਵੇਂ ਹੋਲੀ ਖੇਡਦੇ ਐ, ਇਉਂ ਚਾਅ ਦੇ ਨਾਲ ਯੁੱਧ ਕਰ ਰਹੇ ਹਨ। ਅਤ ਆਨੰਦ ਉਮਗੰਤੇ। ਬਹੁਤ ਹੀ ਚਿੱਤ ਦੇ ਵਿੱਚ ਪ੍ਰਸੰਨ ਤੇ ਆਨੰਦ ਹੈ। ਜੀਤ ਜਾਤ ਹੈ ਜਿਤ ਕਿਤ ਹੋਆ ਕੈ। ਜਿੱਧਰਲੇ ਪਾਸੇ ਵੀ ਬੈਰੀ ਚੜ ਕੇ ਆਉਂਦਾ, ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਉਹਨਾਂ ਨੂੰ ਜਿੱਤ ਕੇ, ਉਹਨਾਂ ਦੇ ਘੇਰਿਆਂ ਨੂੰ ਚੀਰ ਕੇ ਬਾਹਰ ਨਿਕਲ ਕੇ ਜਿੱਤ ਜਾਂਦੇ ਨੇ। ਪੁਨ ਧਾਵਤ ਚਪਲੰਤੇ। ਤੇ ਫਿਰ ਧਾਵਤ ਮੈਨੇ ਤੇਜ਼ੀ ਦੇ ਨਾਲ ਦੌੜ ਕੇ ਦੂਜੇ ਪਾਸੇ ਜਾਂਦੇ ਆ ਫੁਰਤੀ ਦੇ ਨਾਲ। ਖੜਗਨ ਕੀ ਚਾਹੁ ਦਿਸ਼ਾ ਸ਼ਾਮ ਧੀ। ਉਸ ਵੇਲੇ ਇੰਨੀਆਂ ਤਲਵਾਰਾਂ, ਇੰਨੇ ਵਰਸ਼ੇ, ਇੰਨੇ ਤੀਰ ਚੱਲਦੇ ਨੇ ਮਾਨੋ ਜਿਵੇਂ ਛਾਂ ਹੋ ਰਹੀ ਹੋਵੇ ਸ਼ਸਤਰਾਂ ਦੀ। ਵਾਹਤ ਹੈ ਚਾਹੁ ਫੇਰੇ। ਚੌਹਾਂ ਤਰਫਾਂ ਦੇ ਵਿੱਚ ਆਸੇ ਪਾਸੇ ਇਹ ਸ਼ਸਤਰ ਹਥਿਆਰ ਚੱਲ ਰਹੇ ਐ। ਪਟੇਬਾਜ ਕੀ ਵਿਦਿਆ ਕਰ ਕਰ। ਗੱਲ ਕੀ ਜਿੰਨੇ ਪਟੇਬਾਜ਼ ਦੀ ਇਹ ਸ਼ਸਤਰ ਚਲਾਉਣ ਦੀ ਵਿਦਿਆ ਹੈ। ਘਾਤ ਕਰੇ ਕਰ ਗੇਰੇ। ਉਸ ਵੇਲੇ ਘਾਹ ਕਰਕੇ, ਜ਼ਖਮ ਕਰ ਕਰਕੇ ਹੇਠਾਂ ਲੱਤਾਂ ਬਾਹਾਂ ਵੱਡੀਆਂ ਟੁੱਟੀਆਂ ਜਾਂਦੀਆਂ ਹਨ। ਵਹੀ ਰਖਤ ਕੀ ਸਲਤਾ ਜਿਤ ਕਿਤ। ਜਿੱਧਰ ਕਿੱਧਰ ਨਿਗਾਹ ਮਾਰ ਕੇ ਵੇਖਿਆ ਜਾਏ, ਚਮਕੌਰ ਦੇ ਆਸੇ ਪਾਸੇ ਪਿੰਡ ਦੇ ਵਿੱਚ ਮਾਨੋ ਖੂਨ ਦੀਆਂ ਨਦੀਆਂ ਹੀ ਵਗ ਤੁਰੀਆਂ। ਲੋਥਨ ਕੇ ਅੰਬਾਰਾ। ਬਹੁਤ ਵੱਡੀਆਂ ਵੱਡੀਆਂ ਲੋਥਾਂ ਦੇ ਢੇਰ ਲੱਗੇ ਪਏ ਆ, ਢੇਰ ਲੱਗ ਗਏ। ਕਹੂੰ ਕੇ ਸਿਰ ਕਿੰਦਕ ਸਮਰੋੜਤ। ਉਸ ਵੇਲੇ ਕਿਤੇ ਤਾਂ ਜਿਹੜੇ ਸਿਰ ਹਨ, ਜਿਵੇਂ ਗੇਂਦ ਹੁੰਦੀ ਹੈ, ਖਿੱਦੋ ਹੁੰਦੀ ਹੈ, ਇਹ ਖਿੱਦੋ ਤੇ ਗੇਂਦ ਦੇ ਸਮਾਨ ਜਿਹੜੇ ਸਿਰ ਹਨ ਇਹ ਵੱਡੇ ਪਏ ਆ ਜੰਗ ਦੇ ਵਿੱਚ। ਕਰ ਪਗ ਡੰਡਨ ਮਾਰਾ। ਜਿਹੜੇ ਹੱਥ ਪੈਰ ਵੱਡੇ ਟੁੱਕੇ ਪਏ ਨੇ, ਇਹ ਮਾਨੋ ਜਿਵੇਂ ਇਸੇ ਪ੍ਰਕਾਰ ਦੇ ਨਾਲ ਉਹ ਹਾਕੀਆਂ ਹੁੰਦੀਆਂ ਨੇ, ਉਹਨਾਂ ਦੇ ਸਮਾਨ ਇਹ ਹੱਥ ਪੈਰ ਹਨ। ਬ੍ਰਿਧ ਬ੍ਰਿਧ ਭਖਿਆਨ ਕਰ ਆਮਿਖ। ਉਸ ਵੇਲੇ ਬੇਅੰਤੀ ਵੱਡੀਆਂ ਜਿਹੜੀਆਂ ਗਿਲਜਾਂ ਨੇ ਇਹ ਮਾਸ ਖਾ ਰਹੀਆਂ ਸੂਰਮਿਆਂ ਦਾ। ਬੈਠੀ ਕਿਤਕ ਨਾ ਡੋਲੈ। ਉਸ ਵੇਲੇ ਕਈ ਗਿਲਜਾਂ ਬੈਠੀਆਂ ਨੇ, ਕਿਸੇ ਆਸੇ ਪਾਸੇ ਹਿਲਦੀਆਂ ਨਹੀਂ। ਅੰਤਰ ਸੂਰਨ ਬਟੀਆਂ ਉਛਲਤ। ਉਸ ਵੇਲੇ ਸੂਰਮਿਆਂ ਦਾ ਮਾਸ ਖਾ ਖਾ ਕੇ ਜਿਹੜੀਆਂ ਗਿਲਜਾਂ ਨੇ, ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀਆਂ ਬੋਟੀਆਂ ਨੇ ਇਹ ਉਛਲ ਰਹੀਆਂ ਨੇ। ਜਾਂ ਤੇ ਚੀਕਤ ਬੋਲੈ। ਇਸ ਕਾਰਨ ਕਰਕੇ ਜਿਹੜੀਆਂ ਗਿਲਜਾਂ ਹਨ ਉਹ ਮਾਸ ਖਾ ਖਾ ਕੇ ਫਿਰ ਆਵਾਜ਼ਾਂ ਬੋਲਦੀਆਂ। ਕਾਕ ਕੰਕ ਕੀ ਕੂਕੈ ਕੂਕੈ। ਇਸੇ ਤਰ੍ਹਾਂ ਜਿਹੜੇ ਕਾਂ ਹਨ ਉਹ ਮਾਸ ਖਾਂਦੇ ਐ, ਜਿਹੜੇ ਕੰਕ ਚਿੱਟੀਆਂ ਚੀਲਾਂ ਨੇ ਇਹ ਮਾਸਾਹਾਰੀ ਜੀਵ ਹੈ, ਇਹ ਵੀ ਉਸ ਵੇਲੇ ਕੂਕੇ ਕਾਕੈ। ਇਹ ਕੂਕਾਂ ਮੈਨੇ ਆਵਾਜ਼ਾਂ ਦੇ ਨਾਲ ਕੂਕਦੇ ਹਨ, ਬੋਲਦੇ ਹਨ। ਜੰਬੁਕ ਬੋਲ ਸੁਣਾਵੈ। ਇਸੇ ਤਰ੍ਹਾਂ ਜਿਹੜੇ ਜੰਬੁਕ ਗਿੱਦੜ ਹਨ ਇਹ ਮਾਸ ਖਾ ਕੇ ਬੋਲ ਰਹੇ ਐ। ਐ ਚੰਦ ਲੋਥਨ ਆਮਿਖ ਕਟ ਹੈ। ਇਸੇ ਤਰ੍ਹਾਂ ਜਿਹੜੇ ਹੋਰ ਮਾਸਾਹਾਰੀ ਜੀਵ ਨੇ ਉਹ ਸੂਰਮਿਆਂ ਦੇ ਮਾਸ ਵੱਢ ਰਹੇ ਹਨ, ਖਾ ਰਹੇ ਹਨ। ਰੁਦਰ ਪਾਨ ਪਲ ਖਾਵੈ। ਇਸੇ ਤਰ੍ਹਾਂ ਉਹਨਾਂ ਦਾ ਸੂਰਮਿਆਂ ਦਾ ਕੋਈ ਮਾਸ, ਕਦੇ ਕੋਈ ਖੂਨ ਪੀ ਰਿਹਾ ਹੈ। ਭੂਤ ਪਿਸਾਚ ਪ੍ਰੇਤ ਡਕਰਾਵਤ। ਇਸੇ ਤਰ੍ਹਾਂ ਭੂਤ ਹਨ, ਪ੍ਰੇਤ ਹਨ, ਪਿਸਾਚ ਹਨ, ਇਹ ਸਾਧ ਸੰਗਤ ਜੀ ਭੂਤਾਂ ਦੀਆਂ ਇਹ ਵੱਖਰੋ ਵੱਖਰੀਆਂ ਕਾਟਾਗਰੀਆਂ ਨੇ, ਉਹਨਾਂ ਦੀਆਂ ਵੱਖਰੋ ਵੱਖਰੀਆਂ ਕਿਸਮਾਂ ਨੇ। ਇਹ ਵੀ ਜੰਗ ਦੇ ਵਿੱਚ ਉਸ ਵੇਲੇ ਫਿਰ ਰਹੇ ਹਨ। ਸ਼੍ਰੋਣਤ ਮਾਸ ਅਘਾਏ। ਕਦੇ ਤਾਂ ਉਸ ਵੇਲੇ ਸੂਰਮਿਆਂ ਦਾ ਮਾਸ ਖਾ ਕੇ ਕੋਈ ਖੂਨ ਪੀ ਕਰਕੇ ਤ੍ਰਿਪਤ ਹੋ ਰਹੇ ਹੈ।
ਖਬਰ ਭਰੈ ਜੋਗਨੀ ਤ੍ਰਿਪਤਾ। ਜਿਹੜੀਆਂ ਕਲ ਯੋਗਨੀਆਂ ਨੇ ਇਹ ਵੀ ਸੂਰਮਿਆਂ ਦੇ ਸਿਰਾਂ ਦੀਆਂ ਖੋਪੜੀਆਂ ਲੈ ਕੇ ਖੂਨ ਦੇ ਨਾਲ ਭਰ ਭਰ ਕੇ ਪੀ ਰਹੀਆਂ। ਗੁਰ ਬਿਨ ਕੌਣ ਰਜਾਏ। ਕਵੀ ਜੀ ਕਹਿੰਦੇ ਗੁਰਸਿੱਖੋ ਗੁਰੂ ਤੋਂ ਬਿਨਾ ਕੌਣ ਉਹਨਾਂ ਨੂੰ ਤ੍ਰਿਪਤ ਕਰ ਸਕਦਾ। ਚੌਹਾਂ ਦਿਸ ਦੁੰਦਬ ਵਜਹਿ ਘਨੇਰੇ। ਚੌਹਾਂ ਤਰਫਾਂ ਦੇ ਵਿੱਚ ਬਹੁਤ ਭਾਰੀ ਵੱਡੇ ਜਿਹੜੇ ਜੰਗੀ ਨਗਾਰੇ ਵੱਜ ਰਹੇ ਐ। ਪਟਹਿ ਢੋਲ ਸ਼ਹਿਨਾਈ। ਜਿਨ੍ਹਾਂ ਦੇ ਵਿੱਚੋਂ ਪਟਹਿ ਉਹ ਢੋਲ ਨੇ ਜਿਨ੍ਹਾਂ ਨੂੰ ਸਿੱਖਾਂ ਦੇ ਨਾਲ ਵਜਾਇਆ ਜਾਂਦਾ, ਤੇ ਇਸੇ ਤਰ੍ਹਾਂ ਜਿਹੜੇ ਢੋਲ ਹਨ ਜੋ ਖਿੱਦੂਆਂ ਦੇ ਨਾਲ ਵਜਾਏ ਜਾਂਦੇ ਹਨ। ਵਿਸਮਹਿ ਭਏ ਦੇਖ ਕਰ ਰਣ ਕੋ। ਇਸੇ ਤਰ੍ਹਾਂ ਜਿਹੜੀਆਂ ਸਰਨਾਈਆਂ ਹਨ ਇਹ ਜੰਗ ਦੇ ਵਿੱਚ ਵੱਜ ਰਹੀਆਂ। ਇਹ ਜੰਗੀ ਵਾਜੇ ਜੰਗ ਦੇ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ ਇਹ ਵੱਜ ਰਹੇ ਹੈ। ਤੁਰਕਨ ਜਿਸ ਤਰ੍ਹਾਂ ਜੰਗ ਯੁੱਧ ਦੇ ਵਿੱਚ ਚਾਅ ਪੈਦਾ ਕਰਨ ਵਾਸਤੇ ਜੰਗੀ ਨਗਾਰੇ ਤੇ ਇਹ ਜੰਗੀ ਵਾਜੇ ਵਜਾਏ ਜਾਂਦੇ ਹੈ। ਜਿਸ ਪ੍ਰਕਾਰ ਜਿਸ ਵੇਲੇ ਗੱਤਕਾ ਖੇਲਿਆ ਜਾਏ ਤੇ ਉਸ ਵੇਲੇ ਨਾਲ ਢੋਲ ਖੜਕਾਇਆ ਜਾਂਦਾ ਤਾਂ ਕਿ ਜਿਹੜੇ ਸੂਰਬੀਰ ਹਨ ਗੱਤਕਾ ਖੇਲਣ ਵਾਲੇ ਨੇ ਉਹਨਾਂ ਦਾ ਪੈਰ ਜਿਹੜਾ ਹੈ ਉਸ ਦੀ ਚਾਲ ਦੇ ਨਾਲ ਉੱਠਦਾ, ਮਨ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ। ਇਸ ਤਰ੍ਹਾਂ ਦੇ ਨਾਲ ਜੰਗ ਦੇ ਵਿੱਚ ਇਹ ਜਿਹੜੇ ਜੰਗੀ ਵਾਜੇ ਹੈ ਵੱਜ ਰਹੇ ਨੇ ਤਾਂ ਕਿ ਜਿਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਸੂਰਮਿਆਂ ਦੇ ਮਨ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੁੰਦਾ ਤੇ ਜਿਹੜਾ ਪੈਰ ਹੈ ਉਸ ਦੀ ਤਾਲ ਦੇ ਨਾਲ ਚਾਲ ਦੇ ਨਾਲ ਉੱਠਦਾ ਹੈ। ਤੁਰਕਨ ਦਲ ਸਮੁਦਾਈ। ਬੇਅੰਤੀ ਤੁਰਕਾਂ ਦੇ ਦਲ ਦੇ ਵਿੱਚ ਜਿਹੜੇ ਸੂਰਮੇ ਹਨ ਇਹ ਫਿਰ ਰਹੇ ਹੈ। ਕਿਨਰ ਗੰਧਰਵ ਸਿਧ ਅਪਸਰਾ। ਇਸੇ ਤਰ੍ਹਾਂ ਅਪੱਛਰਾਂ ਜਿਹੜੇ ਕਿੰਨਰ ਹਨ ਤੇ ਇਸੇ ਤਰ੍ਹਾਂ ਗੰਧਰਵ ਹਨ ਰਾਗੀ ਜਿਹੜੇ ਦੇਵਤਿਆਂ ਦੇ, ਤੇ ਅਪੱਛਰਾਂ ਹੂਰਾਂ ਹਨ। ਹੇਰ ਹੇਰ ਹੈਰਾਨੇ। ਉਸ ਵੇਲੇ ਵੇਖ ਵੇਖ ਕੇ ਯੁੱਧ ਸੂਰਮਿਆਂ ਦਾ ਮਨ ਦੇ ਵਿੱਚ ਸਾਰੀਆਂ ਦੇਵ ਰੂਹਾਂ ਮਨ ਦੇ ਵਿੱਚ ਅਚਰਜ ਤੇ ਹੈਰਾਨ ਹੋ ਰਹੀਆਂ ਨੇ। ਕਹਾਂ ਸ਼ੁਦਤ ਨਰ ਚੌਰਿਸ ਹੈ। ਚਤਵਾ ਰਿੰਸ ਹੈ। ਕਹਿਣ ਲੱਗੇ ਵੀ ਕਿੱਥੇ ਇੱਕ ਪਾਸੇ ਲੱਖਾਂ ਦੀ ਗਿਣਤੀ ਦੇ ਅੰਦਰ ਫੌਜ ਹੈ ਤੇ ਦੂਜੇ ਪਾਸੇ ਚਤਵਾ ਰਿੰਸ ਹੈ। ਚਤਵਾ ਰਿੰਸ ਕਹਿੰਦੇ ਹਨ ਕਿ 40 ਸਿੰਘ ਗਿਣਤੀ ਦੇ ਵਿੱਚ ਹਨ। ਕਹਾਂ 10 ਲੱਖ ਬਲਵਾਨੇ। ਤੇ ਕਿੱਥੇ 10 ਲੱਖ ਦੀ ਗਿਣਤੀ ਦੇ ਵਿੱਚ ਬਹੁਤ ਭਾਰੀ ਬਲਵਾਨ ਫੌਜ ਜਿਹੜੀਆਂ ਫੌਜਾਂ ਨੇ ਇਹ ਨਵੀਆਂ ਚੜ ਕੇ ਆਈਆਂ ਹੋਈਆਂ ਹਨ। ਇਤੋ ਜੰਗ ਮੰਡਿਓ ਰਿਪ ਮਾਰਨ। ਇੰਨਾ ਬੜਾ ਭਾਰੀ ਜੰਗ ਮੰਡਿਆ ਹੋਇਆ ਸ਼ੁਰੂ ਕੀਤਾ ਹੋਇਆ ਹੈ ਖਤਮ ਕਰਨ ਵਾਸਤੇ। ਫਿਰ ਤੱਕ ਕਰੇ ਹਜ਼ਾਰੋਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ। ਕਿਤਕ ਸਮੋ ਬੀਤਿਓ ਇਨ ਲੜਤੇ। ਇਸ ਤਰ੍ਹਾਂ ਦੇ ਨਾਲ ਲੜਦਿਆਂ ਹੋਇਆਂ ਜਦੋਂ ਕੁਝ ਕੁ ਸਮਾਂ ਬਤੀਤ ਹੋ ਗਿਆ, ਢੇਰ ਲੱਗੇ ਦਿਸ ਚਾਰੋਂ। ਚਾਰੇ ਤਰਫਾਂ ਦੇ ਵਿੱਚ ਬਹੁਤ ਭਾਰੀ ਵੱਡੇ ਵੱਡੇ ਢੇਰ ਲੱਗ ਗਏ ਲੋਥਾਂ ਦੇ। ਜੋ ਜੁਝਾਰ ਸਿੰਘ ਜੀ ਵੱਡ ਜੋਰਾਵਰ। ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਜੋ ਬਹੁਤ ਹੀ ਸੂਰਮੇ ਹਨ ਕਰ ਕਰ ਜੋਰ ਸੁਪਤਾਇਓ। ਬੜਾ ਭਾਰੀ ਜੰਗ ਯੁੱਧ ਕਰਦਿਆਂ ਹੋਇਆਂ ਤੇ ਉਸ ਵੇਲੇ ਬੇਅੰਤ ਜਿਹੜੇ ਹੋਰ ਸੂਰਮੇ ਉਹਨਾਂ ਨੂੰ ਸਦਾ ਦੀ ਨੀਂਦ ਸਵਾ ਦਿੱਤਾ। ਮਾਰ ਹਜ਼ਾਰੋਂ ਰਿਪ ਗਨ ਕੋ ਪੁੰਨ। ਉਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਅੰਤੀ ਸੂਰਮਿਆਂ ਨੂੰ ਬਾਬਾ ਜੁਝਾਰ ਸਿੰਘ ਜੀ ਨੇ ਖਤਮ ਕਰ ਦਿੱਤਾ। ਤੇ ਅਖੀਰ ਤੇ ਜਦੋਂ ਇਹ ਇਕੱਠੇ ਹੋ ਕਰਕੇ ਇਕੱਠੇ ਹੀ ਹੱਲਾ ਬੋਲਦੇ ਐ, ਇੱਕ ਇੱਕ ਗੁਰੂ ਕੇ ਸਿੰਘ ਦੇ ਉੱਪਰ ਇਹ ਬੇਅੰਤੀ ਫੌਜਾਂ ਇਕੱਠੀਆਂ ਹੋ ਕੇ ਹੱਲਾ ਕਰਕੇ ਉਹ ਮਾਰਦੇ ਆ, ਸ਼ਹੀਦ ਕਰਦੇ ਆ। ਇਸੇ ਤਰ੍ਹਾਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੇ ਉੱਪਰ ਵੀ ਉਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠਿਆਂ ਨੇ ਹੀ ਹੋ ਕਰਕੇ ਇਹ ਹਮਲਾ ਕੀਤਾ। ਜੰਗ ਵਿੱਚ ਗਿਰਵਾਇਓ। ਉਸ ਵੇਲੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸਾਹਿਬ ਜੀ ਜ਼ਖਮੀ ਹੋ ਕਰਕੇ ਇਸੇ ਤਰ੍ਹਾਂ ਜੰਗ ਦੇ ਅੰਦਰ ਜੂਝਦਿਆਂ ਹੋਇਆਂ ਹੇਠਾਂ ਧਰਤੀ ਤੇ ਡਿੱਗ ਗਏ। ਦੇਖ ਰਹੇ ਦੁਸ਼ਮਣ 10 ਦਿਸ਼ ਕੇ। ਉਸ ਵੇਲੇ 10 ਦਿਸ਼ਾਂ ਦੇ ਆਸੇ ਪਾਸੇ ਤੋਂ ਸਾਰੇ ਦੁਸ਼ਮਣ ਵੈਰੀ ਵੇਖ ਰਹੇ ਐ। ਭਇਓ ਸ਼ਹੀਦ ਤਦਾਈ। ਉਸ ਵੇਲੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਹੇਠਾਂ ਧਰਤੀ ਦੇ ਉੱਪਰ ਡਿੱਗ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ। ਜੁਗ ਨੰਦਨ ਜਬ ਜੂਝੇ ਰਣ ਮਹਿ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਵੱਡੇ ਸਾਹਿਬਜ਼ਾਦੇ ਜੰਗ ਦੇ ਅੰਦਰ ਜੂਝਦਿਆਂ ਇਹ ਸ਼ਹੀਦੀਆਂ ਪਾ ਗਏ। ਸਿੰਘਨ ਅਰਜ ਲਗਾਈ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਜਿਹੜੇ ਸਿੰਘ ਰਹਿੰਦੇ ਸਨ, ਕੋਲ ਸਨ ਚਮਕੌਰ ਦੀ ਗੜ੍ਹੀ ਦੇ ਵਿੱਚ,
ਉਹਨਾਂ ਨੇ ਇਕੱਠਿਆਂ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ। महाराज अब देखत क्या हो। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੁਣ ਕੀ ਵੇਖ ਰਹੇ ਹੋ। निकसहो तजहो अखारा। ਇਹ ਜਿਹੜਾ ਜੰਗ ਭੂਮੀ ਹੈ ਇਸ ਨੂੰ ਕਿਰਪਾ ਕਰਕੇ ਹੁਣ ਤੁਸੀਂ ਛੱਡ ਕਰਕੇ ਚਲੇ ਜਾਓ ਜੰਗ ਇਸ ਚਮਕੌਰ ਦੀ ਗੜੀ ਦੇ ਵਿੱਚੋਂ। दगा दुष्ट न कीनस पकरन। ਕਹਿੰਦੇ ਵੇਖੋ ਬਹੁਤ ਭਾਰੀ ਵੱਡਾ ਧੋਖਾ ਬਹੁਤ ਵੱਡਾ ਇਹਨਾਂ ਬੈਰੀਆਂ ਦੁਸ਼ਮਣਾਂ ਨੇ ਬੜਾ ਤਕੜਾ ਛਲ ਫਰੇਬ ਕੀਤਾ ਹੈ। कैरन करन संघारा। ਜਾਂ ਤਾਂ ਇਹ ਜੰਗ ਦੇ ਵਿੱਚ ਆਪ ਜੀ ਨੂੰ ਸ਼ਹੀਦ ਕਰਨਾ ਚਾਹੁੰਦੇ ਨੇ ਜਾਂ ਤੁਹਾਨੂੰ ਜਿਉਂਦਿਆਂ ਪਕੜਨਾ ਚਾਹੁੰਦੇ ਐ ਫੜਨਾ ਚਾਹੁੰਦੇ ਨੇ। हमो सार के सिख लछ होव हैं। ਬਾਕੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਤਾਂ ਆਪ ਜੀ ਲੱਖਾਂ ਸਿੱਖ ਪੈਦਾ ਕਰ ਸਕਦੇ ਹੋ। कुशली तुम है। ਔਰ ਦੀ ਗੜੀ ਚੋਂ ਬਾਹਰ ਨਿਕਲੇ ਐ ਉਹ ਸਾਰੇ ਸ਼ਹਾਦਤ ਨੂੰ ਪ੍ਰਾਪਤ ਹੋ ਗਏ। लाखों दल देखो अब उमड़े। ਸਤਿਗੁਰੂ ਜੀ ਬਾਹਰ ਵੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਚਮਕੌਰ ਦੀ ਗੜੀ ਦੇ ਆਸੇ-ਪਾਸੇ ਇਹ ਲੱਖਾਂ ਦੀ ਗਿਣਤੀ ਦੇ ਅੰਦਰ ਦੁਸ਼ਮਣ ਵੈਰੀ ਘੇਰਾ ਪਾਈ ਖੜਾ ਹੈ। चाहे दुर्ग पर ढोए। ਇਹ ਸਾਰੇ ਕਿਲੇ ਦੇ ਉੱਪਰ ਨੇੜੇ ਢੁਕਣਾ ਚਾਹੁੰਦੇ ਨੇ ਕਿਲੇ ਦੇ ਇਹ ਗੜੀ ਦੇ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਐ। सुन सतगुर बिखसे श्री मुख ते। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਸਿੰਘਾਂ ਦੇ ਕੋਲੋਂ ਸੁਣਿਆ ਤੇ ਹਜੂਰ ਕਲਗੀਧਰ ਮਹਾਰਾਜ ਜੀ ਕੁਝ ਕੁ ਹੱਸੇ ਹਨ। देखो तजय हम बाना। ਸਤਿਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਤੇ ਹੋਰ ਗੁਰੂ ਕੇ ਸਿੱਖੋ ਤੁਸੀਂ ਆ ਵੇਖੋ ਜੋ ਅਸੀਂ ਤੀਰ ਚਲਾ ਰਹੇ ਹਾਂ ਤੇ ਤੀਰ ਚਲਾਵਾਂਗੇ। ਧਰਿਓ ਤਨਾਖ ਪਰ ਕੂਦਤ ਤਿਆਗੋ। ਤੇ ਹਜੂਰ ਕਲਗੀਧਰ ਮਹਾਰਾਜ ਜੀ ਨੇ ਚਿੱਲੇ ਦੇ ਉੱਪਰ ਉਸ ਵੇਲੇ ਜਿਹੜਾ ਬੜਾ ਇੱਕ ਤੀਰ ਜਿਹੜਾ ਸੀ ਚੰਗਾ ਜਿਹਾ ਰੱਖਿਆ। ਗਮਨਿਓ ਗਾਜ ਸਮਾਨਾ। ਜਿਸ ਵੇਲੇ ਤੰਦੀ ਨੂੰ ਖਿੱਚ ਕੇ ਸਤਿਗੁਰੂ ਮਹਾਰਾਜ ਜੀ ਨੇ ਚਲਾਇਆ ਉਹ ਬਿਜਲੀ ਦੇ ਸਮਾਨ ਆਵਾਜ਼ ਕਰਦਾ ਹੋਇਆ ਚੱਲਿਆ ਹੈ ਤੀਰ। ਅਗਰ ਬਦੇ ਆਵਤ ਜੇ ਗੜ ਕੋ। ਜਿੰਨੇ ਵੀ ਚਮਕੌਰ ਦੀ ਕੱਚੀ ਹਵੇਲੀ ਗੜੀ ਦੇ ਵੱਲ ਨੂੰ ਵਾਧੇ ਅੱਗੇ ਨੂੰ ਆ ਰਹੇ ਸਨ ਲੱਖਾਂ ਦੀ ਗਿਣਤੀ ਦੇ ਅੰਦਰ ਫੌਜ। ਗਿਰੇ ਨਰਨ ਉਥ ਲੈ ਕੇ। ਉਸ ਵੇਲੇ ਸਾਰੇ ਦਾੜ ਕਰਦੇ ਧਰਤੀ ਤੇ ਉੱਪਰ ਡਿੱਗੀ ਜਾ ਰਹੇ ਹੈ। 10,000 ਕੋ ਪ੍ਰਾਨ ਅੰਤ ਭਾ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਉਸ ਵੇਲੇ ਕਿਲੇ ਦੇ ਵਿੱਚ ਸਿੰਨ ਕੇ ਐਸਾ ਤੀਰ ਚਲਾਇਆ ਜਿਹੜਾ ਇੱਕ ਤੀਰ ਹੈ 10,000 ਮਨੁੱਖ ਬੰਦਿਆਂ ਨੂੰ ਬਿੰਨ ਕੇ ਸਾਧ ਸੰਗਤ ਦੀ ਲੰਘ ਗਿਆ ਹੈ। ਰਹੇ ਮਨੁਸ ਪਤੈ ਕਾ। ਤੇ ਮਾਨੋ ਉਹ ਸੁੱਤੇ ਪਏ ਰਹੇ ਹੈ। ਸਾਰੇ ਤੀਰ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਉਹ ਇੱਕ ਤੀਰ ਚਲਾਇਆ 10,000 ਦੇ ਵਿੱਚ ਦੀ ਲੰਘਿਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਦੂਰ ਤੱਕ ਉਹ ਵੈਰੀ ਖੜੇ ਸਨ ਤੇ ਤੀਰ ਸਤਿਗੁਰੂ ਜੀ ਦਾ ਚਲਾਇਆ ਜਿਹੜੇ ਪਹਿਲੇ ਦੁਸ਼ਮਣ ਵੈਰੀ ਉਹਨਾਂ ਦੇ ਸਰੀਰ ਦੇ ਵਿੱਚ ਦੀ ਸੁੱਕੇ ਹੀ ਤੀਰ ਲੰਘਦੇ ਗਏ ਸਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉਹ ਤੀਰ ਚਲਾਇਆ। ਹਜ਼ੂਰ ਕਹਿੰਦੇ ਦੇਖੋ ਇਹ ਤੀਰ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਵੈਰੀਆਂ ਨੂੰ ਵਿੰਨੇਗਾ। ਬਿਸਮ ਭੈ ਠਟ ਕੇ ਦਲ ਅਰ ਕੇ। ਜਿਸ ਵੇਲੇ ਉਹ ਤੀਰ 10,000 ਦੇ ਵਿੱਚ ਦੀ ਵਿੰਨ ਕੇ ਅੱਗੇ ਲੰਘਿਆ ਜਿੰਨੇ ਬੈਰੀ ਖੜੇ ਸੀ ਸਾਰੇ ਦੇਖ ਕੇ ਠਟਕ ਗਏ ਠਠੰਬਰ ਗਏ ਹੈਰਾਨ ਹੋ ਗਏ। ਅਗਰ ਨਾ ਕੋ ਪਟ ਹੋਵਾ। ਕੋਈ ਵੀ ਸੂਰਮਾ ਚਮਕੌਰ ਦੀ ਗੜੀ ਦੇ ਵੱਲ ਨੂੰ ਅੱਗੇ ਨੂੰ ਨਹੀਂ ਹੁਣ ਹੋਣਾ ਚਾਹੁੰਦਾ। ਮਹਾ ਗਜਬ ਕੋ ਲਗਿਓ ਤਮਾਚਾ। ਕਿਉਂਕਿ ਬਹੁਤ ਭਾਰੀ ਵੱਡੇ ਗਜਬ ਦਾ ਕਹਿਰ ਦਾ ਜਿਹੜਾ ਤਮਾਚਾ ਹੈ ਇਹ ਹੱਲਾ ਹੋਇਆ ਲੱਗਿਆ। ਅਦਭੁਤ ਅਤਿਸ਼ੈ ਜੋਵਾ। ਬੜਾ ਭਾਰੀ ਮਨ ਦੇ ਵਿੱਚ ਹੈਰਾਨ ਕਰਨ ਵਾਲੀ ਇਹ ਗੱਲ ਵੇਖਣਾ ਕੀਤੀ। ਦੂਰ ਦੂਰ ਕਰ ਫਰਕ ਤੇਰੇ ਸਭ। ਉਸ ਵੇਲੇ ਸਾਰੇ ਦੂਰ ਦੂਰ ਤੱਕ ਫਰਕ ਬਣਾ ਕੇ ਆਪਣਾ ਖੜ ਗਏ। ਕਹਾਂ ਨਿਕਟ ਨਹ ਜਾਓ। ਇੱਕ ਦੂਜਿਆਂ ਨੂੰ ਕਹਿੰਦੇ ਵੀ ਨੇੜੇ ਨਾ ਜਾਓ ਚਮਕੌਰ ਦੀ ਗੜੀ ਦੇ। ਨਿਕਟ ਢੁਕੇ ਤਤਕਾਲ ਪ੍ਰਾਨ ਹੱਤ। ਕਹਿੰਦੇ ਜਿਹੜਾ ਵੀ ਚਮਕੌਰ ਦੀ ਗੜੀ ਦੇ ਵੱਲ ਨੂੰ ਨੇੜੇ ਢੁਕਦਾ ਜਾਂਦਾ ਉਹਦੇ ਬੜੀ ਛੇਤੀ ਪ੍ਰਾਣ ਖਤਮ ਹੋ ਜਾਂਦੇ ਨੇ। ਨਾਹਕ ਜਾਨ ਗਵਾਵੋ। ਐਵੇਂ ਬਿਨਾਂ ਕਿਸੇ ਕਾਰਨ ਤੋਂ ਐਵੇਂ ਆਪਣੀ ਜਾਨ ਨਾ ਖਤਮ ਕਰਵਾਓ। ਆਪੇ ਨਿਕਸ ਪਰੈ ਹੋਇਆ ਹਤ ਅਬ। ਕਹਿੰਦੇ ਆਪੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੰਘਾਂ ਦੇ ਸਮੇਤ ਚਮਕੌਰ ਦੀ ਗੜੀ ਚੋਂ ਬਾਹਰ ਆ ਜਾਣਗੇ ਤੇ ਜਾਂ ਸ਼ਹੀਦ ਹੋ ਜਾਣਗੇ। ਦੇਰ ਨਾ ਜਾਣੋ ਕੋਈ। ਕਿਉਂਕਿ ਹੁਣ ਕੋਈ ਦੇਰੀ ਨਹੀਂ ਕਾਫੀ ਸਿੰਘ ਉਹਨਾਂ ਦੇ ਗਿਣਤੀ ਦੇ ਸ਼ਹੀਦ ਹੋ ਚੁੱਕੇ ਆ। ਹੁਣ ਕੇਵਲ ਗਿਣਤੀ ਦੇ
8-9 ਸਿੰਘ ਗੜ੍ਹੀ ਦੇ ਵਿੱਚ ਬਾਕੀ ਰਹਿ ਚੁੱਕੇ ਹਨ। ਬੀਤ ਗਇਓ ਲੜਤੇ ਦਿਨ ਸਾਰੋ, ਸਾਰਾ ਦਿਨ ਜੰਗ ਦੇ ਵਿੱਚ ਇਸ ਤਰ੍ਹਾਂ ਲੜਦਿਆਂ ਹੋਇਆਂ ਬਤੀਤ ਹੋ ਗਿਆ। ਆਨ ਜਾਮਨੀ ਹੋਈ, ਉਸ ਵੇਲੇ ਆ ਕੇ ਰਾਤ ਦਾ ਸਮਾਂ ਹੋ ਗਿਆ। ਤਿਮਰ ਵਿਖਾ ਦੇਹੁ ਦੂਰ ਤਲਾਵਾ, ਕਹਿੰਦੇ ਹਨੇਰਾ ਹੋ ਗਿਆ, ਦੂਰ ਦੂਰ ਤੱਕ ਕਿ ਜਿਹੜਾ ਗਸ਼ਤੀ ਪਹਿਰਾ ਹੈ ਆਪਣਾ ਬਣਾ ਕੇ ਰੱਖੋ। ਘੇਰ ਰੱਖੋ ਚਾਹੋ ਘਾਈ, ਤੇ ਚੌਹਾਂ ਤਰਫਾਂ ਤੋਂ ਆਸੇ ਪਾਸਿਓਂ ਤਕੜਾਈ ਕਰਕੇ ਇਸ ਕੱਚੀ ਹਵੇਲੀ ਗੜ੍ਹੀ ਨੂੰ ਆਪਾਂ ਘੇਰਾ ਪਾ ਕੇ ਚੰਗੀ ਤਰ੍ਹਾਂ ਰੱਖੋ। ਇਮ ਮਤ ਕਰਕੇ ਹਟ ਕਰ ਰਹੇ ਤਬ, ਇਸ ਤਰ੍ਹਾਂ ਦੀ ਆਪਸ ਵਿੱਚ ਸਲਾਹ ਕਰਕੇ ਜਿਹੜਾ ਦੁਸ਼ਮਣ ਵੈਰੀ ਹੈ ਇਹ ਚਮਕੌਰ ਦੀ ਕੱਚੀ ਹਵੇਲੀ ਗੜ੍ਹੀ ਤੋਂ ਦੂਰਤਾ ਬਣਾ ਕੇ ਆਪਣੀ ਖੜ ਗਿਆ ਘੇਰਾ ਪਾ ਕੇ ਚੰਗੀ ਤਰ੍ਹਾਂ। ਠਾਨ ਅਦਕ ਤਕ ਰਾਈ, ਇਸੇ ਤਰ੍ਹਾਂ ਆਸੇ ਪਾਸੇ ਬਹੁਤ ਵੱਡੀ ਕਰੜਾਈ ਤੇ ਸਖਤਾਈ ਪਹਿਰਾ ਬਣਾਇਆ ਹੋਇਆ ਹੈ। ਭੈ ਤਰ ਨਿਕਟ ਨਾ ਹੋਵਨ ਪਾਵੈ, ਪਰ ਡਰ ਕਰਕੇ ਕੋਈ ਗੜ੍ਹੀ ਦੇ ਨੇੜੇ ਨਹੀਂ ਹੋਣਾ ਪਾਉਂਦਾ। ਦੂਰ ਦੂਰ ਕਰ ਘੇਰਾ, ਬੜੀ ਦੂਰ ਦੂਰ ਖੜ ਕੇ ਹੀ ਘੇਰਾ ਆਸੇ ਪਾਸੇ ਪਾਈ ਖੜੇ ਹਨ। ਵਿਸਮਾਵਤ ਬਾਤਨ ਕੋ ਕਰਕੇ, ਉਸ ਵੇਲੇ ਆਪਸ ਵਿੱਚ ਗੱਲਾਂ ਕਰਕੇ ਬੜੇ ਹੈਰਾਨ ਹੋ ਰਹੇ ਨੇ। ਇਮ ਗੁਰ ਹਿੰਦ ਵਡੇਰਾ, ਕਹਿੰਦੇ ਵੀ ਦੇਖੋ ਜਿਹੜੇ ਹਿੰਦੂਆਂ ਦੇ ਗੁਰੂ ਕਹੇ ਜਾਂਦੇ ਐ ਇੰਨਾ ਵੱਡਾ ਬਹੁਤ ਗੁਰੂ ਬਲਵਾਨ ਹੈ, ਬੜਾ ਬਲੀ ਗੁਰੂ ਹੈ। ਲਾਖੋਂ ਲਸ਼ਕਰ ਲੜ ਅਟਕਾਏ, ਕਹਿੰਦੇ ਦੇਖੋ ਅੰਦਰ ਗਿਣਤੀ ਦੇ ਸਿੰਘ ਸੀ, ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਬਾਹਰ ਖੜੋਤੇ ਐ, ਖੜੇ ਐ, ਘੇਰਾ ਪਾ ਕੇ ਜੰਗ ਯੁੱਧ ਕਰਦੇ ਐ। ਕਹਿੰਦੇ ਉਹਨਾਂ ਤੇ ਬਿਲਕੁਲ ਕੋਈ ਅਸਰ ਨਹੀਂ ਹੋਇਆ। ਉਹਨੇ ਸੰਗ ਨਰ ਚਾਲੀ, ਤੇ ਕੇਵਲ ਇਹ ਲੋਕਾਂ ਦੇ ਕੋਲੋਂ ਸੁਣਿਆ ਸੀ, ਅਫਵਾਹਾਂ ਸੁਣੀਆਂ ਸੀ ਕਿ ਅੰਦਰ ਗਿਣਤੀ ਦੇ 40 ਕੁ ਸਿੰਘ ਹਨ। ਕਈ ਹਜ਼ਾਰ ਲਾਖ ਲੋ ਲਖੀਅਤ, ਤੇ ਆਪਣਾ ਜਿਹੜਾ ਦਲ ਹੈ ਆਪਣੀ ਫੌਜ ਹੈ ਕਈ ਲੱਖਾਂ ਦੇ ਵਿੱਚ ਗਿਣੀ ਜਾਂਦੀ ਹੈ। ਘਾਇਲ ਮਰੇ ਵਿਸਾਲੀ, ਤੇ ਫੇਰ ਆਪਣੇ ਕਿੰਨੇ ਜ਼ਖਮੀ ਹੋ ਗਏ, ਕਿੰਨੇ ਮੌਤ ਦੇ ਘਾਟ ਉਤਰ ਗਏ, ਮਰ ਗਏ ਹਨ। ਇਤੇ ਆਦਿਕ ਬਹੁ ਭਨੈ ਬਾਰਤਾ, ਇਸ ਤੋਂ ਆਦਿਕ ਲੈ ਕੇ ਜਿਹੜਾ ਦੁਸ਼ਮਣ ਵੈਰੀ ਹੈ ਇੱਕ ਤਾਂ ਇਹ ਚਮਕੌਰ ਨੂੰ ਘੇਰਾ ਪਾ ਕੇ ਖੜਾ ਤੇ ਗੱਲਾਂ ਕਰਦੇ ਐ। ਬੈਠ ਰਹੇ ਕੋ ਠਾਂਡੇ, ਕੋਈ ਬੈਠ ਰਿਹਾ ਹੈ ਥੱਕਿਆ ਹੋਇਆ, ਕੋਈ ਖੜਾ ਹੈ ਗੱਲਾਂ ਕਰਦਾ। ਗਹ ਆ ਯੁੱਧ ਸਾਵਧਾਨ ਹੋਏ ਕਰ, ਉਸ ਵੇਲੇ ਆਪੋ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਪਕੜ ਕੇ ਸਾਵਧਾਨ ਹੋਏ ਨੇ। ਫਿਰਤ ਚਹੋਂ ਦਿਸ ਗਾਡੇ, ਚੌਹਾਂ ਤਰਫਾਂ ਦੇ ਵਿੱਚ ਬੜੇ ਮਜ਼ਬੂਤ ਤਾਕੜੇ ਹੋ ਕਰਕੇ ਖੜੋਤੇ ਆ ਪਹਿਰੇ ਤੇ। ਅਰਧ ਨਿਸ਼ਾ ਕੋ ਗਨਮਤ ਆਏ, ਜਿਸ ਅਰਧ ਨਿਸ਼ਾ ਕੋ ਗਮਨਤ ਆਏ, ਅੱਧੀ ਰਾਤ ਜਿਸ ਵੇਲੇ ਹੋਈ ਹੈ ਚੱਲਦੇ ਹੋਏ ਆਏ ਹਨ। ਸਕਲ ਦਿਵਸ ਲੜ ਹਾਰੇ, ਸਾਰਾ ਦਿਨ ਲੜਦਿਆਂ ਹੋਇਆਂ ਜੰਗ ਦੇ ਵਿੱਚ ਹਾਰ ਹੰਭ ਗਏ। ਕੁਛ ਨਾ ਚਲਿਓ ਬਸ ਸਮ੍ਰਿਤ ਭਏ ਸਭ, ਕਹਿੰਦੇ ਕੋਈ ਬੱਸ ਨਹੀਂ ਚੱਲ ਸਕਿਆ, ਸਾਰੇ ਸ੍ਰਾਮਤ ਨਾਮ ਥਕੇਵੇਂ ਦਾ, ਕਹਿੰਦੇ ਥੱਕ ਚੁੱਕੇ ਹਾਂ ਸਾਰੇ ਹੀ। ਭੁੱਖ ਤ੍ਰਿਖਾ ਤਨ ਧਾਰੇ, ਇੱਕ ਤਾਂ ਭੁੱਖ ਹੈ, ਦੂਜੀ ਪਿਆਸ ਲੱਗੀ ਹੋਈ ਹੈ। ਦੇਖੋ ਇਹ ਜਿਹੜੀ 10 ਲੱਖ ਫੌਜ ਚੱਲ ਕੇ ਆਈ ਹੈ ਤਾਂ ਨਵੀਂ ਆਈ ਹੈ। ਇਧਰ ਗੁਰੂ ਕੇ ਸਿੰਘ ਦੇਖੋ ਅਨੰਦਪੁਰ ਸਾਹਿਬ ਤੋਂ ਜੰਗ ਕਰਦੇ ਆ ਰਹੇ ਹੈ ਗੁਰੂ ਕੇ ਸਿੱਖ। ਇਸ ਕਰਕੇ ਇਹਨਾਂ ਦੇ ਨਾਲੋਂ ਵੀ ਗੁਰੂ ਕੇ ਸਿੱਖਾਂ ਦੇ ਅੰਦਰ ਤਾਂ ਵੱਧ ਥਕੇਵਾਂ ਸੀ। ਪਰ ਸਤਿਗੁਰੂ ਮਹਾਰਾਜ ਜੀ ਦੇ ਨਾਲ ਜਿੱਥੇ ਪਿਆਰ ਹੈ ਨਾ, ਜਿੱਥੇ ਪ੍ਰੇਮ ਹੈ, ਉੱਥੇ ਥਕੇਵਾਂ ਵੀ ਅਸਰ ਨਹੀਂ ਕਰਦਾ ਹੈ। ਗੁਰੂ ਕੇ ਸਿੱਖ ਜਿਹੜੇ ਹਨ ਜੰਗ ਦੇ ਵਿੱਚ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਗੁਰੂ ਤੋਂ ਨਸ਼ਾਵਰ ਹੋ ਰਹੇ ਹੈ। ਅਪਰ ਕੌਣ ਮਹਿ ਸ਼ਕਤ ਇਤੀ ਕਰ, ਕਹਿੰਦੇ ਹੋਰ ਕਿਸੇ ਦੇ ਵਿੱਚ ਕੀ ਇੰਨੀ ਵੱਡੀ ਸ਼ਕਤੀ ਤਾਕਤ ਹੋ ਸਕਦੀ ਹੈ। ਲੱਖੋ ਸੰਗ ਲੜਾਈ, ਲੱਖਾਂ ਦੀ ਗਿਣਤੀ ਦੇ ਵਿੱਚ ਬਹੁਤ ਵੱਡੀ ਫੌਜ ਦੇ ਵਿੱਚ ਇੱਥੇ ਲੜਾਈ ਹੋਈ। ਸੋ ਕਚਤ ਰਹੇ ਨਾ ਅਜਮਤ ਕਰਤੇ, ਬਹੁਤ ਬੜਾ ਭਾਰੀ ਸੰਕੋਚ ਕਰਦੇ ਰਹੇ। ਕਹਿੰਦੇ ਇੰਨਾ ਵੱਡਾ ਅੱਜ ਤੱਕ ਯੁੱਧ ਨਹੀਂ ਸੀ ਵੇਖਿਆ। ਕਲੀ ਕਾਲ ਵਰਤਾਈ, ਇਹ ਤਾਂ ਕਲਯੁਗ ਦੇ ਸਮੇਂ ਦੇ ਵਿੱਚ ਐਸੀ ਇਹ ਕਲਾ ਸ਼ਕਤੀ ਵਰਤਾ ਦਿੱਤੀ। ਹੁਕਮ ਅਕਾਲ ਪੁਰਖ ਕੋ ਮਾਨਤ, ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਤਿਗੁਰੂ ਕਲਗੀਧਰ ਮਹਾਰਾਜ ਜੀ ਹੁਕਮ ਮੰਨਦੇ ਨੇ। ਕਰਾਮਾਤ ਕਲ ਕਾਲਾ, ਤੇ ਇਸ ਕਾਰਨ ਕਰਕੇ ਹੁਣ ਇਹ
ਕਰਾਮਾਤ ਜਿਹੜੀ ਸੀ ਉਸ ਨੂੰ ਨਹੀਂ ਵਰਤਣਾ ਕਰਦੇ, ਮਹਿ ਦਿਖਾਵਨੀ ਨੀਕੀ ਮਨ ਹੈ। ਕਿਉਂਕਿ ਕਰਾਮਾਤ ਦਿਖਾਉਣੀ ਸਤਿਗੁਰੂ ਮਹਾਰਾਜ ਜੀ ਚੰਗੀ ਨਹੀਂ ਸਮਝਦੇ, ਰਾਖਨ ਗੋਪ ਵਿਸਾਲਾ ਤੇ ਬਹੁਤ ਭਾਰੀ ਇਹ ਗੁਪਤ ਰੱਖਣਾ ਚਾਹੁੰਦੇ ਆ ਆਪਣੀ ਸ਼ਕਤੀ ਨੂੰ। ਇਹ ਗੁਰੂ ਕੇ ਸਿੰਘ ਆਪਸ ਵਿੱਚ ਗੱਲਾਂ ਕਰਦੇ ਆ। 10,000 ਇੱਕ ਵਾਰ ਮਾਰ ਕਰ। ਇਸ ਤਰ੍ਹਾਂ ਜਦੋਂ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੋਈ, ਉਸ ਵੇਲੇ ਹਜੂਰ ਨੇ ਇੱਕ ਤੀਰ ਚਲਾ ਕੇ 10,000 ਦੇ ਵਿੱਚ ਦੀ ਉਹ ਤੀਰ ਕੱਢ ਦਿੱਤਾ ਸੀ। ਪੁਨ ਨਕੀਨ ਦਲ ਨਾਸ਼ਾ। ਫੇਰ ਮੁੜ ਕੇ ਉਹ ਐਸਾ ਤੀਰ ਨਹੀਂ ਚਲਾਇਆ ਜਿਸ ਕਾਰਨ ਕਰਕੇ ਇਤਨੀ ਵੱਡੀ ਫੌਜ ਜੰਗ ਦੇ ਵਿੱਚ ਮਾਰੀ ਜਾਵੇ। ਰਾਗ ਦੁਆਖ ਤੇ ਹਰਕ ਨਾ ਸ਼ੋਕਾ। ਕਹਿੰਦੇ ਦੇਖੋ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਕੋਈ ਖੁਸ਼ੀ ਨਹੀਂ ਤੇ ਕੋਈ ਗਮੀ ਨਹੀਂ ਹੈ, ਮਨ ਸਮਤਾ ਦਿਸ ਬਾਸਾ। ਤੇ ਮਨ ਜਿਨ੍ਹਾਂ ਦੀ ਇੱਕ ਸਮਾਨਤਾ ਦੇ ਵਿੱਚ ਹੈ ਗੁਰੂ ਕਲਗੀਧਰ ਮਹਾਰਾਜ ਜੀ ਦਾ। ਸਾਹਿਬਜ਼ਾਦੇ ਸ਼ਹੀਦ ਹੋਏ, ਪੁੱਤਰ ਸ਼ਹੀਦ ਹੋ ਚੁੱਕੇ ਨੇ, ਕੋਈ ਮਨ ਦੇ ਵਿੱਚ ਗਮੀਗੀਨ ਨਹੀਂ ਹਨ। ਇਸੇ ਤਰ੍ਹਾਂ ਮਨ ਦੇ ਅੰਦਰ ਨਾ ਖੁਸ਼ੀ ਹੈ ਤੇ ਨਾ ਕੋਈ ਕਿਸੇ ਪ੍ਰਕਾਰ ਦੀ ਗਮੀ ਹੈ। ਸਭ ਕੁਟੰਬ ਤੇ ਭਏ ਨਿਰਾਲਮ। ਸਾਰੇ ਪਰਿਵਾਰ ਤੋਂ ਸਾਰੇ ਹਜੂਰ ਆਪ ਨਿਰਾਲਮ ਨਿਰਲੇਪ ਹੋ ਰਹੇ ਨੇ। ਸ਼ੌਕ ਨਾ ਲੇਸ਼ ਉਪਾਵਾ। ਮਨ ਦੇ ਵਿੱਚ ਇੱਕ ਲੇਸ ਮਾਤਰ ਵੀ ਕੋਈ ਸ਼ੋਕ ਨਹੀਂ ਹੈ। ਇਹ ਸਾਧ ਸੰਗਤ ਦੀ ਗੁਰੂ ਦੇ ਅੰਦਰ ਬਹੁਤ ਭਾਰੀ ਵੱਡੀ ਗੱਲ ਹੈ। ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਿਸ ਵੇਲੇ ਜੰਗ ਦੇ ਅੰਦਰ ਦੁਸ਼ਮਣ ਵੈਰੀ ਕੋਈ ਚੜ੍ਹ ਕੇ ਆਉਂਦਾ ਤੇ ਹਜੂਰ ਜੰਗ ਦੇ ਵਿੱਚ ਉਸ ਨੂੰ ਵਾਰ ਕਰਦਿਆਂ ਹੋਇਆਂ ਵੇਖ ਕੇ, ਤੇ ਕਈ ਵਾਰ ਜਿਹੜੇ ਵੱਡੇ ਵੱਡੇ ਜਰਨੈਲ ਸੀ ਤੇ ਹਜੂਰ ਉਹਨਾਂ ਨੂੰ ਉਹਨਾਂ ਦੇ ਪਹਿਲਾਂ ਵਾਰ ਆਪਣੇ ਤੇ ਲੈਂਦੇ ਸਨ। ਕਦੇ ਵੀ ਸਤਿਗੁਰੂ ਜੀ ਨੇ ਆਪ ਪਹਿਲਾਂ ਕਿਸੇ ਤੇ ਵਾਰ ਨਹੀਂ ਕੀਤਾ, ਸਗੋਂ ਦੂਸਰੇ ਦਾ ਵਾਰ ਲੈ ਕੇ ਉਸ ਦਾ ਜਵਾਬ ਦਿਆ ਕਰਦੇ ਸਨ। ਤੇ ਨਾ ਹੀ ਸਤਿਗੁਰੂ ਜੀ ਕਿਸੇ ਥਾਂ ਤੇ ਕੋਈ ਚੜ੍ਹ ਕੇ ਗਏ ਨੇ, ਜਿੰਨੇ ਚੜ੍ਹ ਕੇ ਆਏ ਨੇ ਉਹਨਾਂ ਨੂੰ ਜਵਾਬ ਦਿੱਤੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਜਿਹੜੇ ਸਮਕਾਲੀ ਇਤਿਹਾਸਕਾਰ ਹਨ ਤੇ ਮੋਹਸਨ ਫਾਨੀ, ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਸ ਨੇ ਕਈ ਵਾਰ ਦਰਸ਼ਨ ਵੀ ਕੀਤਾ ਸੀ, ਤੇ ਉਹਨੇ ਆਪਣੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੰਗ ਯੁੱਧ ਦੇ ਵਿੱਚ ਇਤਨੇ ਸ਼ਾਂਤ ਹੋ ਕੇ ਲੜਦੇ ਸਨ ਕਿ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਘਬਰਾਹ ਨਹੀਂ ਸੀ ਆਉਂਦਾ। ਤੇ ਇਸੇ ਤਰ੍ਹਾਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰ ਘਬਰਾਹ ਹੈ। ਇਹ ਪੂਰੇ ਗੁਰੂ ਦੀ ਵੱਡੀ ਨਿਸ਼ਾਨੀ ਹੈ। ਕਹਿੰਦੇ ਜਦੋਂ ਜੰਗ ਦੇ ਵਿੱਚ ਕੋਈ ਵਾਰ ਕਰਦਾ ਵੱਡਾ ਜਰਨੈਲ, ਤੇ ਉਹਦਾ ਵਾਰ ਸਤਿਗੁਰੂ ਮਹਾਰਾਜ ਜੀ ਰੋਕ ਲੈਂਦੇ, ਤੇ ਰੋਕ ਕੇ ਹਜੂਰ ਫਿਰ ਕਹਿੰਦੇ ਇਉਂ ਨਹੀਂ ਇਉਂ ਵਾਰ ਕਰੀਦਾ। ਇਦਾਂ ਕਹਿ ਕੇ ਹਜੂਰ ਉਸ ਨੂੰ ਸਿਰ ਧੜ ਤੋਂ ਵੱਖਰਾ ਕਰਕੇ ਸਿੱਟ ਦਿੰਦੇ ਸੀ। ਤੇ ਇਦਾਂ ਜੰਗ ਦੇ ਵਿੱਚ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡਾ ਸੂਰਬੀਰ ਆਪਣੀ ਫੌਜ ਨੂੰ ਜੰਗ ਕਰਨਾ ਸਿਖਾ ਰਿਹਾ ਹੋਵੇ। ਇਹ ਮੋਹਸਨ ਫਾਨੀ ਨੇ ਐਸੀਆਂ ਵਿਚਾਰਾਂ ਲਿਖੀਆਂ ਨੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜੰਗ ਦੇ ਵਿੱਚ ਕੋਈ ਘਬਰਾਏ ਨਹੀਂ, ਜੰਗ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਨਾਲ ਕ੍ਰੋਧ ਨਹੀਂ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਵੀ ਜੰਗ ਯੁੱਧ ਕਰਦੇ ਨੇ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਰਦੇ ਆ। ਪੂਰੀ ਹੋਸ਼ ਹਵਾਸ ਦੇ ਵਿੱਚ ਯੁੱਧ ਹੋ ਰਿਹਾ। ਜਿਹੜੇ ਗੁਰੂ ਕੇ ਸਿੰਘ ਨੇ ਉਹਨਾਂ ਦੇ ਅੰਦਰ ਵੀਰ ਰਸ ਚਮਕਦਾ ਹੈ, ਪਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਕੋਈ ਖੁਸ਼ੀ ਤੇ ਕੋਈ ਗਮੀ ਨਹੀਂ ਹੈ। ਸਾਹਿਬਜ਼ਾਦੇ ਸ਼ਹੀਦ ਹੋਏ, ਕੋਈ ਗਮੀ ਨਹੀਂ ਹੈ। ਇਸ ਤਰ੍ਹਾਂ ਇੱਕ ਸਮਾਨ ਬਿਰਤੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਿਚਰ ਰਹੇ ਹਨ। ਸਰਬ ਕਲਾ ਸਮਰੱਥ ਗੁਰ ਪੂਰਨ। ਸਾਰੀਆਂ ਕਲਾ ਸ਼ਕਤੀਆਂ ਕਰਕੇ ਸਮਰੱਥ ਹਨ, ਪੂਰਨ ਗੁਰੂ ਹਨ। ਚਾਹੇ ਸੋ ਲੇਹ ਬਨਾਵਾ। ਤੇ ਜੋ ਚਾਹਣ ਉਹੀ ਦੁਨੀਆ ਦੇ ਵਿੱਚ ਉਹ ਸ਼ਕਤੀ ਵਰਤਾ ਸਕਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਅਦਰ ਚਰਨ ਅਸ ਗੁਰ ਬਿਨ ਕਿਸ ਮਹਿ। ਕਵੀ ਜੀ ਕਹਿੰਦੇ ਗੁਰਸਿੱਖੋ, ਅਜਾਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਇਹ ਕੇਵਲ ਗੁਰੂ ਤੋਂ ਬਿਨਾਂ ਕਿਸੇ ਦੇ ਵਿੱਚ ਹੋ ਨਹੀਂ ਸਕਦਾ।
क्षमा धर्म अपराधु। ਤੇ ਫਿਰ ਮਨ ਦੇ ਅੰਦਰ ਸ਼ਿਮਾ ਧਾਰਨ ਕਰਨਾ, ਅਪਰਾਧ ਦੇਖ ਕਰਕੇ, ਗੁਨਾਹ ਵੇਖ ਕੇ। ब्रह्म ज्ञान अवस्था की गत। ਗੱਲ ਕੀ ਜਿਹੜੀ ਬ੍ਰਹਮ ਗਿਆਨ ਦੀ ਵਿਵਸਥਾ ਹੈ, ਜਿਸ ਬ੍ਰਹਮ ਗਿਆਨ ਦੇ ਵਿੱਚ ਖੁਸ਼ੀ ਅਤੇ ਗਮੀ ਇੱਕ ਸਮਾਨਤਾ ਹੁੰਦੀ ਹੈ। दिखराई शुभ साधु। ਸਤਿਗੁਰੂ ਮਹਾਰਾਜ ਜੀ ਨੇ ਉਹ ਚੰਗੇ ਸਾਧੂਆਂ ਨੂੰ ਵਿਖਾਈ ਹੈ ਕਿ ਇਸ ਤਰ੍ਹਾਂ ਦੇ ਨਾਲ ਬ੍ਰਹਮ ਗਿਆਨ ਦੀ ਵਿਵਸਥਾ ਹੁੰਦੀ ਹੈ ਕਿ ਬ੍ਰਹਮ ਗਿਆਨ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਕਲਮ ਦੇ ਨਾਲ ਵਚਨ ਲਿਖੇ ਨੇ 10ਵੀਂ ਗੁਰਬਾਣੀ ਦੇ ਅੰਦਰ। ਹਜੂਰ ਕਹਿੰਦੇ ਸਾਡਾ ਸੰਸਾਰ ਦੇ ਉੱਪਰ ਆਉਣ ਨੂੰ, ਅਵਤਾਰ ਧਾਰਨ ਨੂੰ ਚਿੱਤ ਨਹੀਂ ਸੀ ਚਾਹੁੰਦਾ। ਚੇਤਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਫਿਰ ਪ੍ਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਾਡੀ ਸੁਰਤ ਚੁਭੀ ਰਹੀ ਹੈ, ਜੁੜੀ ਰਹੀ ਹੈ। ਵੇਖੋ ਇੰਨਾ ਵੱਡਾ ਜੰਗ ਜੁੱਧ ਹੋਇਆ ਤੇ ਸੁਰਤ ਗੁਰੂ ਕਲਗੀਧਰ ਮਹਾਰਾਜ ਜੀ ਦੀ ਪ੍ਰਮਾਤਮਾ ਦੇ ਵਿੱਚ ਹੀ ਜੁੜੀ ਹੋਈ ਹੈ। ਕਿੱਡੀ ਕਮਾਲ ਦੀ ਬਾਤ ਹੈ, ਜੰਗ ਜੁੱਧ ਹੋ ਰਿਹਾ, ਸੁਰਤ ਅਕਾਲ ਦੇ ਨਾਲ ਜੁੜੀ ਹੋਈ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਪਰ ਬ੍ਰਹਮ ਗਿਆਨ ਦੀ ਵਿਵਸਥਾ ਵਰਤਾ ਕੇ ਦਿਖਾ ਕੇ ਜਿਹੜੇ ਚੰਗੇ ਚੰਗੇ ਸਾਧੂ ਸੀ ਉਹਨਾਂ ਨੂੰ ਸਿੱਖਿਆ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਨਾਲ ਬ੍ਰਹਮ ਗਿਆਨ ਦੀ ਅਵਸਥਾ ਇਸ ਨੂੰ ਕਹਿੰਦੇ ਹਨ। ਧੰਨ ਧੰਨ ਸਤਿਗੁਰੂ ਕੀ ਮਹਿਮਾ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਧੰਨ ਹੈ, ਧੰਨਤਾ ਯੋਗ ਹੈ। ਕੌਣ ਭੇਵ ਅਸ ਜਾਣੈ। ਐਸੀ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ ਕੌਣ ਕੋਈ ਭੇਤ ਨੂੰ ਜਾਣ ਸਕਦਾ। ਸਰਬ ਗਿਆਨ ਕੀ ਗੂੜ ਵਾਰਤਾ। ਜਿਹੜਾ ਬ੍ਰਹਮ ਗਿਆਨ ਹੈ ਉਸ ਦੀ ਬਹੁਤ ਭਾਰੀ ਇਹ ਗੁਪਤ ਗੱਲ ਹੈ। ਕਿਮ ਅਲਪ ਅਗਿਆ ਬਖਾਨੈ। ਬਾਕੀ ਜਿਹੜੇ ਅਲਪਗ ਜੀਵ ਹਨ ਉਹ ਕੀ ਜਾਣ ਸਕਦੇ ਆ ਸਤਿਗੁਰੂ ਜੀ ਦੀ ਐਸੀ ਵਿਵਸਥਾ ਨੂੰ, ਬ੍ਰਹਮ ਗਿਆਨ ਦੀ ਅਵਸਥਾ ਨੂੰ। ਵਾਰ ਵਾਰ ਸਿੰਘਨ ਕੇ ਕਹਵੇ। ਉਸ ਵੇਲੇ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਰ-ਵਾਰ ਬੇਨਤੀਆਂ ਗੁਰੂ ਕੇ ਸਿੰਘਾਂ ਨੇ ਕੀਤੀਆਂ, ਭਾਈ ਦਇਆ ਸਿੰਘ ਬਾਕੀ ਗੁਰਸਿੱਖਾਂ ਨੇ। ਨਿਕਸਨ ਕੀ ਕਰ ਤਿਆਰੀ। ਇਹ ਹਜੂਰ ਨੂੰ ਬਚਨ ਕੀਤਾ, ਸਤਿਗੁਰੂ ਆਪ ਕਿਰਪਾ ਕਰਕੇ ਗੜੀ ਚੋਂ ਬਾਹਰ ਚਲੇ ਜਾਓ, ਨਿਕਲਣ ਦੀ ਤਿਆਰੀ ਕੀਤੀ। ਤਹਾਂ ਖਾਲਸੇ ਦੇ ਅਬ ਟੀਕਾ। ਹੁਣ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸੇ ਦਾ ਬਚਨ ਮੰਨ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਜਾਣਾ ਚਾਹੁੰਦੇ ਐ। ਤੇ ਇਸੇ ਤਰ੍ਹਾਂ ਜਿਹੜਾ ਇਹ ਜਿਗਾ ਤੇ ਕਲਗੀ ਹੈ, ਇਹ ਸਤਿਗੁਰੂ ਜੀ ਖਾਲਸੇ ਨੂੰ ਹੁਣ ਬਖਸ਼ਣਾ ਚਾਹੁੰਦੇ ਐ। ਕਾਲੀ ਘਾਲ ਉਦਾਰੀ। ਬਹੁਤ ਭਾਰੀ ਵੱਡੀ ਜਿਨ੍ਹਾਂ ਨੇ ਖਾਲਸੇ ਨੇ ਵੀ ਘਾਲਣਾ ਘਾਲੀ ਹੈ, ਬਹੁਤ ਭਾਰੀ ਜੰਗ ਜੁੱਧ ਕੀਤੇ ਐ। ਤਹਾਂ ਖਾਲਸੇ ਦੇ ਅਬ ਟੀਕਾ। ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਇਹ ਖਾਲਸੇ ਨੂੰ ਜਿਗਾ ਤੇ ਕਲਗੀ ਇਹ ਦੇਣਾ ਚਾਹੁੰਦੇ ਹਨ। ਕਾਲੀ ਘਾਲ ਉਦਾਰੀ। ਬਹੁਤ ਭਾਰੀ ਵੱਡੀ ਖਾਲਸੇ ਪੰਥ ਨੇ ਇਹ ਘਾਲਣਾ ਕੀਤੀ ਹੈ ਜੰਗਾਂ ਯੁੱਧਾਂ ਦੀ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਜਿਸ ਤਰ੍ਹਾਂ ਪੰਜ ਸਿੰਘ ਜਿਹੜੇ ਸਨ ਉਹ ਇਕੱਠੇ ਹੋ ਕੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਨਮੁਖ ਆਏ। ਉਹਨਾਂ ਪੰਜਾਂ ਗੁਰਸਿੱਖਾਂ ਦੇ ਸਾਹਮਣੇ ਤੇ ਪੰਜਾਂ ਗੁਰਸਿੱਖਾਂ ਦੀ ਤਾਬਿਆ ਇਹ ਜਿਗਾ ਤੇ ਕਲਗੀ ਹਜੂਰ ਨੇ ਫਿਰ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ, ਪੰਜਾਂ ਸਿੰਘਾਂ ਨੂੰ ਬਖਸ਼ੀ। ਤੇ ਉਹ ਸਾਧ ਸੰਗਤ ਜੀ ਕੱਲ ਨੂੰ ਪ੍ਰਸੰਗ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਆਪਣਾ ਜਿਹੜਾ ਸਮਾਂ ਹੈ ਉਹ ਤਕਰੀਬਨ ਸਮਾਪਤੀ ਦੇ ਨੇੜੇ ਪਹੁੰਚਿਆ ਹੈ ਤੇ ਇਸ ਵਾਸਤੇ ਹੁਣ ਇੱਥੇ ਹੀ ਆਖਰੀ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ। ਸਰਬੱਤ ਸੰਗਤ ਦਾ ਹਾਰਦਿਕ ਧੰਨਵਾਦ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ। ਇੱਥੇ ਹੀ ਹੁਣ ਸਾਧ ਸੰਗਤ ਜੀ ਅਖੀਰਲੀਆਂ ਦੁਆਰਾ ਪੰਕਤੀਆਂ ਪੜੋ, ਆਪਾਂ ਸਮਾਪਤੀ ਕਰੀਏ ਜੀ। ਵਾਰ ਵਾਰ ਸਿੰਘਨ ਕੇ ਕਹਵੇ, ਨਿਕਸਨ ਕੀ ਕਰ ਤਿਆਰੀ। ਤਹਾਂ ਖਾਲਸੇ ਦੇ ਅਬ ਟੀਕਾ, ਕਾਲੀ ਘਾਲ ਉਦਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵਦੇ, ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,